ਲਗਭਗ 40 ਸਾਲ ਤਾਂ ਚਲੋ ਮੈਨੂੰ ਕੰਮ ਕਰਦਿਆਂ ਹੋ ਗਿਆ। ਇਸ ਤੋਂ ਪਹਿਲਾਂ ਮੇਰੇ ਪਿਤਾ ਜੀ ਸਰਦਾਰ ਕਿਰਪਾਲ ਸਿੰਘ ਚਿੱਤਰਕਾਰ, ਜਿਹੜੇ ਕੇਂਦਰੀ ਸਿੱਖ ਅਜਾਇਬ ਘਰ ਦੇ ਬਾਨੀ ਚਿੱਤਰਕਾਰ ਨੇ, ਉਹ ਵੀ ਲੰਮਾ ਸਮਾਂ ਇਸ ਖੇਤਰ ਦੇ ਵਿੱਚ ਕੰਮ ਕਰਦੇ ਰਹੇ ਨੇ। ਚਿੱਤਰਾਂ ਦੇ ਬਾਰੇ ਜਿਹੜੀ ਸਭ ਤੋਂ ਵੱਡੀ ਖੋਜ, ਸਭ ਤੋਂ ਪਹਿਲੀ ਮੁੱਢਲੀ ਖੋਜ ਹੈ, ਉਹ WG ਆਰਚਰ ਦੀ ਹੈਗੀ ਹੈ। ਬਹੁਤ ਸਾਰੀਆਂ ਤਸਵੀਰਾਂ ਮਿਲਦੀਆਂ ਨੇ ਗੁਰੂ ਨਾਨਕ ਦੇਵ ਜੀ ਦੀਆਂ, ਪਰ ਉਹਨਾਂ 'ਚ ਹਰੇਕ ਨੇ ਵੱਖੋ ਵੱਖਰੇ ਤਰ੍ਹਾਂ ਦਾ ਉਹਨਾਂ ਦਾ ਚਿਹਰਾ ਜਿਹੜਾ ਉਹ ਉਕਰਿਆ, ਜਿੱਦਾਂ ਕਿਸੇ ਨੇ ਕਲਪਨਾ ਕੀਤੀ। ਬਿਲਕੁਲ ਬਿਲਕੁਲ। ਮਤਲਬ ਜਿਹੜੀ ਪਿਛਲੇ ਦਿਨ ਇੱਕ ਗੁਰੂ ਨਾਨਕ ਦੇਵ ਜੀ ਦੀ ਇੱਕ ਫੋਟੋ ਵਾਇਰਲ ਹੋਈ ਸੀ ਵੀ ਇਹ ਫੋਟੋ ਮੱਕੇ ਤੋਂ ਆਈ ਹੈ, ਉੱਥੇ ਦੇ ਕਿਸੇ ਚਿੱਤਰਕਾਰ ਨੇ, ਉਸ ਤਰ੍ਹਾਂ ਦੀ ਸ਼ੈਲੀ ਉਸ ਵਕਤ ਹੋਣੀ ਨਹੀਂ, ਉਸ ਤਰ੍ਹਾਂ ਦੀ ਉਹ ਸ਼ੈਲੀ ਜਿਹੜੀ 'ਚ ਉਹ ਤਸਵੀਰ ਮਿਲਦੀ ਆ, ਉਹ ਤਾਂ 100-150 ਸਾਲ ਪੁਰਾਣੀ ਹੈਗੀ ਹੈ। ਸਿੱਖ ਧਰਮ ਦੇ ਵਿੱਚ ਤਸਵੀਰਾਂ ਨੂੰ ਲੈ ਕੇ ਅਕਸਰ ਕਈ ਤਰ੍ਹਾਂ ਦਾ ਵਿਵਾਦ ਜਿਹੜਾ ਛਿੜਿਆ ਰਹਿੰਦਾ, ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਆ, ਅਸੀਂ ਅਕਸਰ ਦੇਖਦੇ ਹਾਂ ਕਿ ਤਸਵੀਰਾਂ ਅੱਗੇ ਨਤਮਸਤਕ ਹੁੰਦੇ ਨੇ, ਧੂਫ ਬੱਤੀ ਵੀ ਕੀਤੀ ਜਾਂਦੀ ਹੈ, ਅਤੇ ਕੁਝ ਲੋਕਾਂ ਨੂੰ ਇਹਨੂੰ ਮੂਰਤੀ ਪੂਜਾ ਨਾਲ ਜੋੜਿਆ ਜਾਂਦਾ, ਕਿਉਂਕਿ ਸਿੱਖ ਧਰਮ ਇਸੇ ਬੁਨਿਆਦ ਤੇ ਸ਼ੁਰੂਆਤ ਕੀਤੀ ਗਈ ਸੀ ਕਿ ਮੂਰਤੀ ਪੂਜਾ ਦਾ ਇਹਦੇ ਵਿੱਚ ਖੰਡਨ ਕੀਤਾ ਗਿਆ ਸੀ। ਪਰ ਜਦੋਂ ਅਸੀਂ ਗੁਰੂ ਘਰਾਂ ਦੇ ਦਰਸ਼ਨਾਂ ਲਈ ਜਾਂਦੇ ਹਾਂ ਤਾਂ ਉੱਥੇ ਵੀ ਜਿਹੜਾ ਵਾ ਅਸੀਂ ਅਕਸਰ ਦੇਖਦੇ ਹਾਂ ਕਿ ਵੱਡੀ ਗਿਣਤੀ 'ਚ ਇਹ ਤਸਵੀਰਾਂ ਵਿਕਦੀਆਂ ਨੇ, ਔਰ ਕੁਝ ਤਾਂ ਗੁਰਦੁਆਰਿਆਂ ਦੇ ਅੰਦਰ ਵੀ ਇਹ ਤਸਵੀਰਾਂ ਜਿਹੜੀਆਂ ਉਹ ਸੁਸ਼ੋਭਿਤ ਕੀਤੀਆਂ ਗਈਆਂ ਨੇ। ਸੋ ਇਸ ਸੰਬੰਧੀ ਅਸੀਂ ਚਰਚਾ ਕਰਾਂਗੇ। ਚਰਚਾ ਇਹ ਵੀ ਕਰਾਂਗੇ ਕਿਉਂਕਿ ਕਈ ਵਾਰੀ ਸੋਸ਼ਲ ਮੀਡੀਆ ਉੱਤੇ ਅਕਸਰ ਅਸੀਂ ਦੇਖਦੇ ਹਾਂ ਕਿ ਇੱਕ ਤਸਵੀਰ ਵਾਇਰਲ ਕਰ ਦਿੱਤੀ ਜਾਂਦੀ ਹੈ ਤੇ ਕਿਹਾ ਜਾਂਦਾ ਕਿ ਇਹ ਤਸਵੀਰ ਫਲਾਨੀ ਥਾਂ ਤੋਂ ਆਈ ਆ, ਜਿੱਥੇ ਗੁਰੂ ਨਾਨਕ ਦੇਵ ਜੀ ਗਏ ਸੀ, ਉੱਥੇ ਦੇ ਕਿਸੇ ਚਿੱਤਰਕਾਰ ਨੇ ਇਹ ਤਸਵੀਰ ਬਣਾਈ ਸੀ, ਤੇ ਇਹ ਤਸਵੀਰ ਜਿਹੜੀ ਅਸਲੀ ਆ, ਕੀ ਕੋਈ ਕਿਸੇ ਗੁਰੂ ਸਾਹਿਬਾਨ ਦੀ ਅਸਲੀ ਤਸਵੀਰ ਹੋਂਦ ਵਿੱਚ ਹੈ, ਮੌਜੂਦ ਹੈ, ਉਸ ਸੰਬੰਧੀ ਵੀ ਅਸੀਂ ਚਰਚਾ ਕਰਾਂਗੇ। ਤੇ ਚਰਚਾ ਕਰਨ ਲਈ ਅਸੀਂ ਪਹੁੰਚੇ ਹਾਂ ਸਰੀ ਦੇ ਵਿੱਚ, ਜਿਹੜੇ ਚਿੱਤਰਕਾਰ ਨੇ 40 ਸਾਲ ਤੋਂ ਇਸ ਜਿਹੜਾ ਵਾ ਖੇਤਰ ਦੇ ਵਿੱਚ ਕੰਮ ਕਰ ਰਹੇ ਨੇ, ਜਰਨੈਲ ਸਿੰਘ ਹੁਣੀ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਟੀਵੀ ਪੰਜਾਬ ਤੇ। ਮੇਰੇ ਵੱਲੋਂ ਵੀ ਟੀਵੀ ਪੰਜਾਬ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਛਾ, ਤੁਹਾਡਾ 40 ਸਾਲ ਦਾ ਇਸ ਫੀਲਡ ਦੇ ਵਿੱਚ ਸਫ਼ਰ ਹੈ, ਤੇ ਬਹੁਤ ਵਾਰੀ ਤੁਹਾਡੇ ਅੱਗੇ ਸਵਾਲ ਆਇਆ ਹੋਊਗਾ ਕਿ ਗੁਰੂ ਸਾਹਿਬਾਨ ਦੀ ਕੀ ਕੋਈ ਅਸਲੀ ਤਸਵੀਰ ਮੌਜੂਦ ਹੈ, ਕਿਉਂਕਿ ਬਹੁਤ ਸਾਰੇ ਲੋਕ ਅਸੀਂ ਦੇਖਦੇ ਹਾਂ ਕਿ ਕਈ ਵਾਰ ਸੋਸ਼ਲ ਮੀਡੀਆ ਉੱਤੇ ਵਾਇਰਲ ਕਰ ਦਿੰਦੇ ਨੇ ਇੱਕ ਤਸਵੀਰ ਕਿ ਇਹ ਜੀ ਮੱਕੇ ਤੋਂ ਤਸਵੀਰ ਆਈ ਹੈ ਗੁਰੂ ਨਾਨਕ ਦੇਵ ਜੀ ਦੀ, ਇਹ ਤਸਵੀਰ ਅਸਲੀ ਆ। ਸੋ ਤੁਹਾਡੇ ਮੁਤਾਬਕ ਕੀ ਕੋਈ ਤਸਵੀਰ ਅਸਲ ਵਿੱਚ ਮੌਜੂਦ ਹੈ ਗੁਰੂ ਸਾਹਿਬਾਨ ਦੀ? ਲਗਭਗ 40 ਸਾਲ ਤਾਂ ਚਲੋ ਮੈਨੂੰ ਕੰਮ ਕਰਦਿਆਂ ਹੋ ਗਿਆ। ਇਸ ਤੋਂ ਪਹਿਲਾਂ ਮੇਰੇ ਪਿਤਾ ਜੀ ਸਰਦਾਰ ਕਿਰਪਾਲ ਸਿੰਘ ਚਿੱਤਰਕਾਰ, ਜਿਹੜੇ ਕੇਂਦਰੀ ਸਿੱਖ ਅਜਾਇਬ ਘਰ ਦੇ ਬਾਨੀ ਚਿੱਤਰਕਾਰ ਨੇ, ਉਹ ਵੀ ਲੰਮਾ ਸਮਾਂ ਇਸ ਖੇਤਰ ਦੇ ਵਿੱਚ ਕੰਮ ਕਰਦੇ ਰਹੇ ਨੇ। ਔਰ 1956 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਨੂੰ ਚਿੱਤਰਕਾਰ ਦੇ ਤੌਰ 'ਤੇ ਉਹਨਾਂ ਦੀਆਂ ਸੇਵਾਵਾਂ ਲਈਆਂ, ਅਤੇ ਫਿਰ 1958 ਦੇ ਵਿੱਚ ਉਹ ਕੇਂਦਰੀ ਸਿੱਖ ਅਜਾਇਬ ਘਰ ਜਿਹੜਾ ਦਰਬਾਰ ਸਾਹਿਬ ਸਥਿਤ ਆ, ਉਹਦਾ ਉਦਘਾਟਨ ਹੋਇਆ। ਸੋ ਉਸ ਪਰੰਪਰਾ ਨੂੰ ਹੀ ਮੈਂ ਅੱਗੇ ਤੋਰਨ ਦਾ ਯਤਨ ਕਰ ਰਿਹਾ। ਅਤੇ ਜਿਹੜਾ ਸਵਾਲ ਤੁਸੀਂ ਪੁੱਛਿਆ, ਇਹ ਵੀ ਅਕਸਰ ਉਹਨਾਂ ਨੂੰ ਵੀ ਪੁੱਛਿਆ ਜਾਂਦਾ ਸੀ ਔਰ ਮੈਨੂੰ ਵੀ ਪੁੱਛਿਆ ਜਾਂਦਾ। ਇਹਦੇ ਬਾਰੇ ਪਹਿਲੀ ਤਾਂ ਗੱਲ ਮੈਂ ਇੱਕ ਸਪਸ਼ਟ ਕਰ ਦੇਣੀ ਚਾਹੁੰਦਾ ਕਿ ਗੁਰਬਾਣੀ ਦੇ ਵਿੱਚ ਜਿਹੜੇ ਸਰੂਪ ਆ ਜਾਂ ਉਹਦੇ ਬਾਰੇ ਸਪਸ਼ਟ ਹੀ ਹੈ ਕਿ ਗੁਰਮੂਰਤ ਗੁਰ ਸ਼ਬਦ ਹੈ ਜੀ, ਵੀ ਗੁਰੂ ਸਾਹਿਬ ਦਾ ਜਿਹੜਾ ਸ਼ਬਦ ਆ, ਜੋ ਉਹਨਾਂ ਨੇ ਸਾਨੂੰ ਫਿਲਾਸਫੀ ਦਿੱਤੀ, ਸੁਨੇਹਾ ਦਿੱਤਾ, ਉਹਦੇ ਵਿੱਚ ਹੀ ਉਹਨਾਂ ਦੀ ਮੂਰਤ ਹੈਗੀ ਆ, ਉਹਨੂੰ ਹੀ ਉਹਨਾਂ ਦਾ ਰੂਪ ਸਮਝਿਆ ਜਾਵੇ। ਅਤੇ ਮੈਂ ਇਹ ਗੱਲ ਮੰਨ ਕੇ ਚੱਲਦਾ। ਰਹੀ ਗੱਲ ਗੁਰੂ ਸਾਹਿਬ ਦੇ ਅਸਲੀ ਚਿੱਤਰ ਦੀ, ਜਿੰਨੀ ਕੁ ਮੇਰੀ ਖੋਜ ਆ ਜਾਂ ਜਾਣਕਾਰੀ ਆ, ਉਸ ਮੁਤਾਬਕ ਸਿੱਖ ਗੁਰੂ ਸਾਹਿਬਾਨ ਦਾ ਕੋਈ ਵੀ ਚਿੱਤਰ ਉਹਨਾਂ ਦੇ ਜੀਵਨ ਕਾਲ ਦੌਰਾਨ ਨਹੀਂ ਬਣਿਆ। ਇਹਦੇ 'ਚ ਥੋੜ੍ਹੀ ਜਿਹੀ ਜੇ ਸਿੱਖ ਪੇਂਟਿੰਗ ਦੀ ਜਿਹੜੀ ਇਤਿਹਾਸਕਾਰੀ ਆ, ਉਹਦੇ ਬਾਰੇ ਮੈਂ ਗੱਲ ਸਾਂਝੀ ਕਰਨੀ ਚਾਹੂੰਗਾ ਕਿ ਸਿੱਖ ਚਿੱਤਰਾਂ ਦੇ ਬਾਰੇ ਜਿਹੜੀ ਸਭ ਤੋਂ ਵੱਡੀ ਖੋਜ, ਸਭ ਤੋਂ ਪਹਿਲੀ ਮੁੱਢਲੀ ਖੋਜ ਹੈ, ਉਹ WG ਆਰਚਰ ਦੀ ਹੈਗੀ ਆ। WG ਆਰਚਰ ਵਿਕਟੋਰੀਆ ਐਲਬਰਟ ਮਿਊਜ਼ੀਅਮ ਲੰਡਨ ਦਾ ਇੰਡੀਅਨ ਸੈਕਸ਼ਨ ਦਾ ਇੰਚਾਰਜ ਸੀ, ਔਰ ਉਹਨਾਂ ਨੇ ਫਿਰ ਉਹ ਕਿਤਾਬ ਲਿਖੀ ਲੰਮੀ ਖੋਜ ਤੋਂ ਬਾਅਦ, ਪੇਂਟਿੰਗਸ ਆਫ ਦੀ ਸਿੱਖਸ, 1966 ਦੇ ਵਿੱਚ ਛਪੀ ਸੀ ਇਹ ਕਿਤਾਬ। ਉਹਦੇ ਵਿੱਚ ਉਹਨਾਂ ਦਾ ਇਹ ਕਹਿਣਾ ਕਿ ਜਿਹੜੀ ਸਿੱਖ ਗੁਰੂ ਸਾਹਿਬਾਨ ਦੇ ਜਿਹੜੇ ਮੁੱਢਲੇ ਚਿੱਤਰ ਨੇ, ਉਹਦੀ ਮੁੱਢ ਉਹ ਜਿਹੜਾ ਮੁਗਲ ਸਕੂਲ ਆਫ ਪੇਂਟਿੰਗ, ਮਿਨੀਏਚਰ ਪੇਂਟਿੰਗ ਸੀ, ਉਹਦੇ ਨਾਲ ਜੁੜਿਆ ਹੈਗਾ।
ਉਹ ਇਸ ਤਰ੍ਹਾਂ ਕਿ ਜਦੋਂ ਮੁਗਲਾਂ ਦਾ ਰਾਜ ਹੋਇਆ, ਰਾਜ ਭਾਗ ਅਕਬਰ, ਜਹਾਂਗੀਰ, ਸ਼ਾਹਜਹਾਂ, ਇਹ ਤਿੰਨੋਂ ਬਾਦਸ਼ਾਹ ਜਿਹੜੇ ਸੀ ਇਹ ਸਾਹਿਤ, ਕਲਾ, ਸੰਗੀਤ, ਇਮਾਰਤ ਸਾਜ਼ੀ ਦੇ ਬਹੁਤ ਸ਼ੌਕੀਨ ਸਨ। ਔਰ ਜਿੰਨੀਆਂ ਆਪਾਂ ਦੇਖਦੇ ਆ ਹਿੰਦੁਸਤਾਨ ਦੇ ਵਿੱਚ ਇਮਾਰਤਾਂ, ਲਾਲ ਕਿਲ੍ਹਾ ਆਗਰੇ ਦਾ, ਦਿੱਲੀ ਦਾ, ਤਾਜ ਮਹਿਲ, ਇਹ ਸਾਰੀਆਂ ਇਹਨਾਂ ਬਾਦਸ਼ਾਹਾਂ ਦੇ ਸਮੇਂ ਦੇ ਵਿੱਚ ਬਣੀਆਂ। ਔਰ ਇਸੇ ਟਾਈਮ 'ਚ ਜਿਹੜਾ ਮੁਗਲ ਸਕੂਲ ਆਫ ਪੇਂਟਿੰਗ ਸੀਗਾ, ਮਿਨੀਏਚਰ ਪੇਂਟਿੰਗ, ਉਹ ਪ੍ਰਫੁੱਲਤ ਹੋਇਆ ਜੀ। ਉਹਦੇ 'ਚ ਇੱਕ ਵੱਡੀ ਗੱਲ ਇਹ ਸੀ ਕਿ ਉਹ ਜਿਹੜੇ ਮੁਗਲ ਸਕੂਲ ਸ਼ਾਹੀ ਕੋਰਟ ਦੇ ਵਿੱਚ ਚਿੱਤਰਕਾਰ ਸੀ, ਉਹਦੇ 'ਚੋਂ ਬਹੁਤੇ ਜਿਹੜੇ ਸੀ, ਜਿਹੜੀਆਂ ਉਸ ਟਾਈਮ ਪੰਜਾਬ ਦੀਆਂ ਪਹਾੜੀ ਰਿਆਸਤਾਂ ਸੀਗੀਆਂ, ਜਿਵੇਂ ਕਾਂਗੜਾ ਆ, ਗੁਲੇਰ, ਉੱਥੋਂ ਨੂੰ ਬਿਲੋਂਗ ਕਰਦੇ ਸੀਗੇ। ਫਿਰ ਉਸ ਤੋਂ ਬਾਅਦ ਔਰੰਗਜ਼ੇਬ ਦਾ ਰਾਜ ਆਇਆ। ਔਰੰਗਜ਼ੇਬ ਬਹੁਤ ਧਾਰਮਿਕ ਕਿਸਮ ਦਾ ਇਨਸਾਨ ਸੀ ਔਰ ਉਹ ਇਸਲਾਮੀ ਸ਼ਰ੍ਹਾ ਦੇ ਵਿੱਚ ਯਕੀਨ ਰੱਖਦਾ ਸੀ ਅਤੇ ਉਹਦੇ ਅਨੁਸਾਰ ਵੀ ਇਹ ਰਾਗ ਰੰਗ ਸਭ ਜਾਇਜ਼ ਨਹੀਂ ਆ ਇਸਲਾਮ ਦੇ ਵਿੱਚ। ਕਲਾ ਤੋਂ ਕਾਫੀ ਦੂਰੀ ਸੀ ਔਰ ਉਹਦੇ ਨਾਲ ਫਿਰ ਜਿਹੜੀ ਉਹ ਕਲਾ ਨੂੰ ਸਰਪ੍ਰਸਤੀ ਸੀਗੀ ਉਹ ਸਾਰੀ ਹੌਲੀ ਹੌਲੀ ਖਤਮ ਹੋ ਗਈ ਜੀ। ਫਿਰ ਜਦੋਂ ਕਲਾ ਨੂੰ ਸਰਪ੍ਰਸਤੀ ਨਹੀਂ ਮਿਲੀ ਤਾਂ ਉਹ ਫਿਰ ਕਲਾਕਾਰਾਂ ਨੇ ਕੀ ਕਰਨਾ, ਉਹ ਫਿਰ ਵਾਪਸ ਆਪਣੇ ਪਹਾੜੀ ਇਲਾਕਿਆਂ ਦੇ ਵਿੱਚ ਆ ਗਏ। ਇਸੇ ਦੌਰਾਨ ਜਿਹੜਾ ਮੁਗਲ ਰਾਜ ਆ ਉਹਦਾ ਖਾਤਮਾ ਸ਼ੁਰੂ ਹੋ ਚੁੱਕਾ ਸੀਗਾ ਜੀ। ਔਰ ਪੰਜਾਬ ਦੇ ਵਿੱਚ ਸਿੱਖਾਂ ਦੀ ਜਦੋਜਹਿਦ ਚੱਲ ਰਹੀ ਸੀਗੀ ਮੁਗਲ ਹਕੂਮਤ ਦੇ ਨਾਲ। ਮੀਰ ਮਨੂੰ ਦਾ ਬੜਾ ਔਖਾ ਸਮਾਂ ਸਿੱਖਾਂ ਨੇ ਦੇਖਿਆ। ਉਸ ਤੋਂ ਬਾਅਦ ਫਿਰ ਅਹਿਮਦ ਸ਼ਾਹ ਅਬਦਾਲੀ ਦੇ ਹੱਲੇ, ਨਾਦਰ ਸ਼ਾਹ ਦੇ ਹੱਲੇ, ਅਤੇ ਉਸ ਜਦੋਜਹਿਦ ਦੇ ਵਿੱਚੋਂ ਅਖੀਰ ਸਿੱਟਾ ਇਹ ਨਿਕਲਿਆ ਕਿ ਪੰਜਾਬ ਦੇ ਵਿੱਚ ਜਿਹੜੀ ਸਿੱਖ ਪਾਵਰ ਹੈਗੀ ਆ, ਮਿਸਲਾਂ ਦੀ ਚੜ੍ਹਤ ਹੋਈ ਔਰ ਉਹਦੇ ਨਤੀਜੇ ਵਜੋਂ ਮਹਾਰਾਜਾ ਰਣਜੀਤ ਸਿੰਘ ਨੇ 1799 ਦੇ ਵਿੱਚ ਲਾਹੌਰ ਦੇ ਵਿੱਚ ਆਪਣੀ ਹਕੂਮਤ ਕਰਕੇ ਮਹਾਰਾਜੇ ਬਾਦਸ਼ਾਹ ਦਾ ਐਲਾਨ ਕਰ ਦਿੱਤਾ ਜੀ। ਜਦੋਂ ਮੁਲਕ ਦੇ ਵਿੱਚ ਜੰਗ ਯੁੱਧ ਚੱਲਦੇ ਹੁੰਦੇ ਆ, ਉਦੋਂ ਕਿਸੇ ਨੂੰ ਵੀ ਇਹਨਾਂ ਕਲਾਵਾਂ ਦੀ ਸੁਰਤ ਨਹੀਂ ਹੁੰਦੀ। ਉਦੋਂ ਜਿਹੜਾ ਸਰਵਾਈਵਲ ਹੈਗਾ, ਤੁਹਾਡੀ ਹੋਂਦ ਬਚਾਉਣਾ, ਉਹੀ ਮੁੱਖ ਮੰਤਵ ਹੁੰਦਾ ਜੀ। ਔਰ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਕੋਮਲ ਕਲਾਵਾਂ ਨੇ, ਇਹਨਾਂ ਦੀ ਸੂਝ ਉਦੋਂ ਆਉਂਦੀ ਹੈ ਜਦੋਂ ਰਾਜ ਦੇ ਵਿੱਚ, ਦੇਸ਼ ਦੇ ਵਿੱਚ, ਮੁਲਕ ਵਿੱਚ ਸੁੱਖ ਸ਼ਾਂਤੀ ਦਾ ਪਹਿਰਾ ਹੋਵੇ। ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ, ਇਲਾਕੇ ਫਤਿਹ ਕਰਦਾ ਗਿਆ ਔਰ ਉਹਨੂੰ ਗੋਲਡਨ ਏਜ ਆਫ ਪੰਜਾਬ ਕਿਹਾ ਜਾਂਦਾ। ਸੁੱਖ ਸ਼ਾਂਤੀ ਹੋਈ ਔਰ ਫਿਰ ਹੌਲੀ ਹੌਲੀ ਜਿਹੜੇ ਪਹਾੜ ਦੇ ਚਿੱਤਰਕਾਰ ਸੀਗੇ ਉਹ ਲਾਹੌਰ ਆਉਣੇ ਸ਼ੁਰੂ ਹੋ ਗਏ ਜੀ। ਜਦੋਂ ਜਿਹੜੇ ਪੈਟਰਨ ਆ ਉਹ ਉਹਨਾਂ ਕਲਾਕਾਰਾਂ ਨੇ ਉਹਦਾ ਹੀ ਚਿੱਤਰ ਬਣਾਉਣੇ ਹੁੰਦੇ। ਉਹ ਉਸ ਟਾਈਮ ਦੇ ਵਿੱਚ ਸਿੱਖ ਗੁਰੂਆਂ ਦੇ ਚਿੱਤਰ ਬਣੇ, 10 ਗੁਰੂ ਸਾਹਿਬਾਨ ਦੇ ਚਿੱਤਰ ਬਣੇ, ਮਹਾਰਾਜਾ ਰਣਜੀਤ ਸਿੰਘ ਦੇ ਚਿੱਤਰ ਬਣੇ, ਉਹਦੇ ਸ਼ਹਿਜ਼ਾਦਿਆਂ ਦੇ, ਅਹਿਲਕਾਰਾਂ ਦੇ, ਜਰਨੈਲਾਂ ਦੇ ਚਿੱਤਰ ਬਣੇ। ਸੋ ਜਿਹੜੀਆਂ ਸਿੱਖ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਨੇ, ਆਰਚਰ ਦੇ ਅਨੁਸਾਰ ਉਸ ਟਾਈਮ ਦੀਆਂ ਜਿਹੜੀਆਂ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਦੀਆਂ ਪਹਿਲੀਆਂ ਸਾਨੂੰ ਸਿੱਖ ਗੁਰੂ ਸਾਹਿਬਾਨ ਦੇ ਚਿੱਤਰ ਮਿਲਦੇ ਨੇ। ਉਹ ਵੀ ਜਦੋਂ 1708 'ਚ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਲਗਭਗ 125 ਸਾਲ ਤੋਂ ਪਿੱਛੋਂ ਜੀ। ਸੋ ਇਹ ਅੱਜ ਤੱਕ ਦੀ ਜਿਹੜੀ ਖੋਜ ਆ ਉਹ ਇਹ ਕਹਿੰਦੀ ਹੈਗੀ ਆ। ਬਾਕੀ ਜਿਹੜੀਆਂ ਅੱਜ ਕੱਲ੍ਹ ਬਣਦੀਆਂ ਨੇ ਚਿੱਤਰ, ਤਸਵੀਰਾਂ ਗੁਰੂ ਸਾਹਿਬਾਨ ਦੀਆਂ, ਉਹ ਜਿਹੜੀਆਂ ਉਹੀ ਮੁੱਢਲੀਆਂ ਤਸਵੀਰਾਂ ਨੇ, ਉਹਨਾਂ 'ਤੇ ਹੀ ਆਧਾਰਿਤ ਨੇ। ਜਿਵੇਂ ਗੁਰੂ ਨਾਨਕ ਦੇਵ ਜੀ ਨੂੰ ਵੱਡੀ ਉਮਰ ਵਾਲਾ, ਬਜ਼ੁਰਗੀ ਵਾਲਾ, ਸਿਆਣਾ ਪੁਰਖ, ਗਿਆਨਵਾਨ ਪੁਰਸ਼ ਦਿਖਾਇਆ, ਇਸੇ ਤਰ੍ਹਾਂ ਹੀ ਹਰੇਕ ਗੁਰੂ ਸਾਹਿਬਾਨ ਨੂੰ ਉਹਨਾਂ ਦੀ ਉਮਰ ਦੇ ਮੁਤਾਬਕ ਚਿਤਰਿਆ ਗਿਆ। ਸੋ ਉਹ ਨੇ ਅਸਲੀ ਪਹਿਲੇ ਜਿਹੜੇ ਚਿੱਤਰ ਉਹੀ ਨੇ। ਬਹੁਤ ਸਾਰੀਆਂ ਤਸਵੀਰਾਂ ਮਿਲਦੀਆਂ ਨੇ ਗੁਰੂ ਨਾਨਕ ਦੇਵ ਜੀ ਦੀਆਂ, ਪਰ ਉਹਨਾਂ 'ਚ ਹਰੇਕ ਨੇ ਵੱਖੋ ਵੱਖਰੇ ਤਰ੍ਹਾਂ ਦਾ ਉਹਨਾਂ ਦਾ ਚਿਹਰਾ ਜਿਹੜਾ ਉਹ ਉਕਰਿਆ, ਜਿੱਦਾਂ ਕਿਸੇ ਨੇ ਕਲਪਨਾ ਕੀਤੀ। ਬਿਲਕੁਲ ਬਿਲਕੁਲ। ਅੱਛਾ, ਇਹਦੇ ਵਿੱਚ ਇੱਕ ਇਹ ਆ ਕਿ ਮੈਂ ਕਲਾ ਵਾਲੀ ਗੱਲ 'ਤੇ ਵੀ ਆਉਂਦਾ, ਪਰ ਇੱਕ ਜਿੱਥੇ ਆਪਾਂ ਹੁਣ ਤਸਵੀਰਾਂ ਦੀ ਗੱਲ ਕਰ ਰਹੇ ਹਾਂ, ਤਾਂ ਜਦੋਂ ਆਪਾਂ ਹਜੂਰ ਸਾਹਿਬ ਜਾਂਦੇ ਹਾਂ, ਜਿੱਥੇ ਜੋਤੀ ਜੋਤ ਸਮਾਏ ਸੀ ਗੁਰੂ ਗੋਬਿੰਦ ਸਿੰਘ ਜੀ, ਉੱਥੇ ਜਦੋਂ ਆਪਾਂ ਦਰਬਾਰ ਸਾਹਿਬ ਅੰਦਰ ਦਾਖਲ ਹੁੰਦੇ ਆ ਤਾਂ ਉੱਥੇ ਉੱਪਰ ਇੱਕ ਤਸਵੀਰ ਲੱਗੀ ਹੋਈ ਔਰ ਕਿਹਾ ਜਾਂਦਾ ਕਿ ਇਹ ਅਸਲੀ ਤਸਵੀਰ ਹੈ। ਔਰ ਬਾਕੀ ਜਿਹੜੀਆਂ ਬਹੁਤ ਸਾਰੀਆਂ ਤਸਵੀਰਾਂ ਆ ਉਹਨਾਂ ਨੂੰ ਬਿਲਕੁਲ ਵੱਖਰੀ ਤਰ੍ਹਾਂ ਦੀ ਤਸਵੀਰ ਉਹ ਉੱਥੇ ਲੱਗੀ ਹੋਈ ਔਰ ਕਿਹਾ ਜਾਂਦਾ ਕਿ ਇਹ ਤਸਵੀਰ ਅਸਲੀ ਉਸ ਵੇਲੇ ਦੇ ਕਿਸੇ ਚਿੱਤਰਕਾਰ ਨੇ ਬਣਾਈ ਹੈ। ਹਾਂਜੀ, ਇਹ ਇਸੇ ਤਰ੍ਹਾਂ ਹੀ ਆ ਜਿਸ ਤਰ੍ਹਾਂ ਮੈਂ ਪਹਿਲਾਂ ਹੀ ਅਰਜ਼ ਕਰ ਚੁੱਕਾ ਕਿ
ਇਹ ਵੀ ਖਿਆਲੀ ਚਿੱਤਰ ਹੈ। ਉਹ ਚਿੱਤਰ ਮੈਂ ਦੇਖਿਆ ਔਰ ਉਹਦੇ ਗੁਰੂ ਸਾਹਿਬ ਬੈਠੇ ਨੇ ਤੇ ਹੱਥ 'ਚ ਉਹ ਤੀਰ ਕਮਾਨ ਫੜਿਆ ਤੇ ਬਾਜ਼ ਹੈਗਾ ਨਾਲ। ਇੱਥੇ ਦਿਲਚਸਪ ਗੱਲ ਇਹ ਦੱਸਦਾ ਕਿ ਉਹ ਚਿੱਤਰ ਹਜ਼ੂਰ ਸਾਹਿਬ ਕਮੇਟੀ ਨੇ ਮੇਰੇ ਪਿਤਾ ਜੀ ਤੋਂ ਵੀ ਜਦੋਂ ਦਿੱਲੀ ਹੁੰਦੇ ਸੀ ਅਸੀਂ ਉਦੋਂ ਬਣਾਇਆ ਸੀ ਤੇ ਉਹ ਕਾਪੀ ਵੀ ਉੱਥੇ ਹੋਊਗੀ ਇਸ ਟਾਈਮ ਕਿਤੇ ਹੋਣੀ ਆ ਗੁਰਦੁਆਰਾ ਸਾਹਿਬ ਦੇ ਕਿਸੇ ਜਗ੍ਹਾ, ਪਰ ਉਹ ਹੈ ਸਾਰੀ ਖਿਆਲੀ ਜੀ। ਹਾਂਜੀ, ਕੋਈ ਉਹ ਮਤਲਬ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਹਰ ਕਲਾਕਾਰ ਆਪਣੀ ਆਪਣੀ ਇਮੈਜੀਨੇਸ਼ਨ ਕਲਪਨਾ ਉਡਾਰੀ ਆਪਣੀ ਜਿਹੜੀ ਕਲਾਤਮਕ ਸਮਰੱਥਾ ਉਹਦੇ ਮੁਤਾਬਕ ਚਿੱਤਰ ਬਣਾਉਂਦਾ ਹੈਗਾ ਤੇ ਅਸਲੀ ਕੋਈ ਨਹੀਂ, ਸਭ ਖਿਆਲੀ ਚਿੱਤਰ ਨੇ। ਮੇਰੇ ਖਿਆਲ ਇੱਕ ਕਿਤਾਬ ਦੇ ਵਿੱਚ ਵੀ ਮੈਨੂੰ ਜ਼ਿਕਰ ਯਾਦ ਆ ਰਿਹਾ ਕਿ ਉਦੋਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਉੱਥੇ ਹਮਲਾ ਹੋਇਆ ਸੀ ਔਰ ਕਿਹਾ ਜਾ ਰਿਹਾ ਕਿ ਇੱਕ ਅੰਗਰੇਜ਼ ਡਾਕਟਰ ਨੂੰ ਲਿਆਂਦਾ ਗਿਆ ਸੀ ਉਹਨਾਂ ਦੇ ਇਲਾਜ ਲਈ, ਔਰ ਉਹਨਾਂ ਨੇ ਵੀ ਬਿਆਨ ਕੀਤਾ ਕਿ ਉਹ ਕਿਹੋ ਜਿਹੇ ਸੀ, ਬਹੁਤ ਲੰਬੇ ਕੱਦ ਦੇ ਇੱਕ ਸੀਗੇ ਗੁਰੂ ਸਾਹਿਬ ਤੇ ਬਾਹਾਂ ਉਹਨਾਂ ਦੀਆਂ ਲੰਬੀਆਂ ਕਰਕੇ ਜ਼ਿਕਰ ਕੀਤਾ ਗਿਆ। ਉਹਦੇ ਮੈਨੂੰ ਲੱਗਦਾ ਕਿ ਸ਼ਾਇਦ ਉਹਦੇ ਆਧਾਰ ਤੇ ਵੀ ਹੋ ਸਕਦਾ ਕੁਝ ਤਸਵੀਰਾਂ, ਕਿਉਂਕਿ ਉਸ ਕਿਤਾਬ 'ਚ ਤਸਵੀਰ ਕੋਈ ਨਹੀਂ, ਹਾਲਾਂਕਿ ਉਹਨਾਂ ਨੇ ਅੱਖੀ ਦੇਖਿਆ ਹਾਲਾਤ ਉਹਨਾਂ ਬਾਰੇ, ਉਹ ਜੁੱਸੇ ਬਾਰੇ ਜ਼ਿਕਰ ਕੀਤਾ। ਹਾਂਜੀ, ਇਹ ਜ਼ਿਕਰ ਆਉਂਦਾ ਹੈਗਾ ਕਿ ਗੁਰੂ ਸਾਹਿਬ ਦਾ ਇਲਾਜ ਉਦੋਂ ਕਿਸੇ ਅੰਗਰੇਜ਼ ਡਾਕਟਰ ਨੇ ਕੀਤਾ ਸੀਗਾ, ਪਰ ਇਹ ਜਿਹੜੀ ਚਿੱਤਰ ਵਾਲੀ ਗੱਲ ਆ ਇਹਦੀ ਹਲੇ ਮਤਲਬ ਮੇਰੀ ਸਮਝ ਅਨੁਸਾਰ ਜਾਂ ਮੇਰੇ ਗਿਆਨ ਅਨੁਸਾਰ ਤਾਂ ਹਲੇ ਕੋਈ ਅਥੈਂਟਿਸਿਟੀ ਇਹਦੇ ਵਿੱਚ ਨਹੀਂ ਹੈਗੀ, ਅਸਲੀਅਤ ਨਹੀਂ, ਇਹ ਮਤਲਬ ਖਿਆਲੀ ਗੱਲਾਂ ਹੈਗੀਆਂ ਨੇ। ਬਾਕੀ ਉਹ ਮੈਂ ਪਹਿਲਾਂ ਹੀ ਬੇਨਤੀ ਕਰ ਚੁੱਕਾ ਵੀ ਸਾਡੇ ਵਾਸਤੇ ਤਾਂ ਜੋ ਗੁਰੂ ਸਾਹਿਬ ਦਾ ਸੁਨੇਹਾ ਹੈਗਾ ਆ ਉਹ ਜ਼ਿਆਦਾ ਮਹੱਤਵਪੂਰਨ ਆ ਜੀ। ਉਹੀ ਅਗਲਾ ਸਵਾਲ ਇਹੀ ਸੀ ਕਿਉਂਕਿ ਤੁਸੀਂ ਕੋਮਲ ਕਲਾਵਾਂ ਦੀ ਗੱਲ ਕੀਤੀ, ਕਿਉਂਕਿ ਹਾਲਾਂਕਿ ਕਲਾ ਨਾਲ ਗੁਰੂ ਹੁਣਾਂ ਦਾ ਵੀ ਜਿਹੜਾ ਗੁਰੂ ਸਾਹਿਬਾਨ ਦਾ ਸੰਬੰਧ ਰਿਹਾ, ਕਿਉਂਕਿ ਸਾਹਿਤ ਬਹੁਤ ਸਾਰਾ ਰਚਿਆ ਗਿਆ ਸੀ, ਦੇਖਿਆ ਕਿੰਨੇ ਰਾਗਾਂ ਦੇ ਵਿੱਚ ਬਾਣੀ ਆ, ਉਹ ਵੀ ਸਿੱਧ ਹੁੰਦਾ ਕਿ ਕਲਾ ਦੇ ਕਿੰਨੇ ਨਜ਼ਦੀਕ ਸੀ ਉਹ। ਫਿਰ ਗੁਰੂ ਗੋਬਿੰਦ ਸਿੰਘ ਹੁਣਾਂ ਦੇ ਕਵੀ ਹੋਣ ਬਾਰੇ ਕਿੰਨੇ ਕਵੀ ਉਹਨਾਂ ਦੇ ਨਾਲ ਸੀ ਉਹਦੇ ਬਾਰੇ ਵੀ। ਸੋ ਇਹ ਕੀ ਕਾਰਨ ਰਿਹਾ ਕਿ ਉਹਨਾਂ ਨੇ ਇਸ ਪਾਸੇ ਇਸ ਕਲਾ ਨੂੰ ਤਾਂ ਅਪਣਾਇਆ, ਰਾਗਾਂ ਦੀ ਕਲਾ ਨੂੰ ਅਪਣਾਇਆ, ਸਾਹਿਤ ਵਾਲੀ ਕਲਾ ਨੂੰ ਅਪਣਾਇਆ, ਪਰ ਚਿੱਤਰਕਾਰੀ ਵੱਲ ਕਿਉਂ ਨਹੀਂ ਗਏ? ਇਹਦੇ 'ਚ ਇਹੀ ਕਿ ਪਹਿਲਾਂ ਤਾਂ ਜਿਸ ਤਰ੍ਹਾਂ ਸਾਡੇ ਫਿਲਾਸਫੀ ਗੁਰੂ ਸਾਹਿਬ ਦੀ ਆ ਵੀ ਉਹ ਜਿਹੜੀ ਸ਼ਖਸੀ ਪੂਜਾ, ਬੁੱਤ ਪੂਜਾ, ਉਹਦੇ ਵਿਰੁੱਧ ਹੈਗੇ ਆ ਅਸੀਂ ਜੀ, ਹੈ ਨਾ। ਸਾਰੀ ਗੁਰਬਾਣੀ ਸਾਨੂੰ ਇਹੀ ਸੁਨੇਹਾ ਦਿੰਦੀ ਤੇ ਮੈਨੂੰ ਲੱਗਦਾ ਵੀ ਇਹੀ ਵਜ੍ਹਾ ਹੋ ਸਕਦੀ ਆ ਵੀ ਗੁਰੂ ਸਾਹਿਬ ਨੇ ਇਸ ਵੱਲ ਨਾ ਰੁਚੀ ਦਿਖਾਈ ਹੋਵੇ ਜੀ। ਮੈਨੂੰ ਲੱਗਦਾ ਕਿਉਂਕਿ ਜਦੋਂ ਅਸੀਂ ਮਨੁੱਖ ਦੇ ਵਿਕਾਸ ਦੀ ਗੱਲ ਕਰਦੇ ਹਾਂ ਤਾਂ ਕਿਹਾ ਜਾਂਦਾ ਕਿ ਸ਼ਬਦ ਦੀ ਘਾਟ ਬਾਅਦ 'ਚ ਹੋਈ ਆ, ਪਹਿਲਾਂ ਜਦੋਂ ਕਮਿਊਨੀਕੇਸ਼ਨ ਲਈ ਤਸਵੀਰਾਂ ਦੀ ਵਰਤੋਂ ਕੀਤੀ ਜਾਂਦੀ ਸੀ, ਸਾਈਨ ਲੈਂਗੁਏਜ ਚੱਲਦੀ ਸੀ। ਇਹਦੇ ਬਾਵਜੂਦ ਵੀ ਜੇ ਗੁਰੂ ਸਾਹਿਬਾਨ ਨੇ ਉਸ ਵਕਤ ਚਿੱਤਰਕਲਾ ਨੂੰ ਜਾਂ ਆਪਣੀ ਤਸਵੀਰਾਂ ਬਣਾਉਣ ਨੂੰ ਕੋਈ ਤਰਜੀਹ ਨਹੀਂ ਦਿੱਤੀ ਤਾਂ ਫਿਰ ਇਹਦੇ ਪਿੱਛੇ ਰੀਜ਼ਨ ਸ਼ਾਇਦ ਵਿਚਾਰਧਾਰਾ ਨਾ ਮੇਲ ਖਾਂਦੀ ਹੋਊਗੀ। ਤਾਂ ਬਿਲਕੁਲ ਜੀ, ਇਸੇ ਤਰ੍ਹਾਂ ਹੀ ਆ ਜਿਸ ਤਰ੍ਹਾਂ ਹੁਣ ਕਈ ਵਾਰੀ ਮਤਲਬ ਸਾਡੇ ਪੇਂਟਿੰਗ ਦੀ ਗੱਲ ਚੱਲਦੀ ਆ, ਫਿਰ ਇਹਦੀ ਪੇਂਟਿੰਗ ਦੀ ਥਿਊਰੀ ਹੈਗੀ ਆ ਵੀ ਕਲਰ ਰੰਗ ਸਾਜ਼ੀ ਕਿਵੇਂ ਕਰਨੀ, ਚਿੱਤਰ ਦੀ ਵਿਉਂਤਬੰਦੀ ਕਿਵੇਂ ਕਰਨੀ, ਕੰਪੋਜੀਸ਼ਨ, ਇਹ ਸਾਰੀਆਂ ਚੀਜ਼ਾਂ। ਤੇ ਜੇ ਮੈਂ ਹਮੇਸ਼ਾ ਇਹ ਕਹਿੰਦਾ ਹੁੰਦਾ ਕਿ ਜਿਹੜਾ ਆਰਟ ਆ ਉਹ ਪਹਿਲਾਂ ਆਇਆ, ਜਿਹੜੀ ਥਿਊਰੀ ਆ ਉਹ ਬਾਅਦ 'ਚ ਬਣੀ ਆ ਜੀ। ਚਿੱਤਰਕਾਰੀ ਤਾਂ ਮਨੁੱਖ ਜਦੋਂ ਗੁਫਾਵਾਂ ਦੇ ਵਿੱਚ ਰਹਿੰਦਾ ਸੀ, ਕੇਵਸ 'ਚ ਰਹਿੰਦਾ ਸੀ, ਉਦੋਂ ਵੀ ਉਹਨੇ ਉਸ ਟਾਈਮ ਜੰਗਲੀ ਜਾਨਵਰਾਂ ਦੇ ਸ਼ਿਕਾਰ ਦੇ ਸੀਨ, ਫਰਾਂਸ ਦੀਆਂ ਗੁਫਾਵਾਂ, ਹੋਰ ਕਈ ਥਾਈਂ, ਉਹ ਸਾਰੀ ਆਰਟ ਹਿਸਟਰੀ ਦੀਆਂ ਕਿਤਾਬਾਂ 'ਚ ਮਿਲਦੇ ਹੈਗੇ ਨੇ। ਤੇ ਜਿਹੜੀ ਬੋਲੀ ਆ, ਜਿਹੜੀ ਲਿਖਣ ਦੀ ਸਕ੍ਰਿਪਟ ਹੈਗੀ, ਉਹ ਬਹੁਤ ਉਸ ਤੋਂ ਬਾਅਦ ਦੇ ਵਿੱਚ ਡਿਵੈਲਪ ਹੋਈ ਜੀ। ਅੱਛਾ ਜੀ, ਤੁਸੀਂ ਖੋਜ ਦੀ ਗੱਲ ਕਰਦੇ ਆ ਕਿ ਸਿੱਖ ਚਿੱਤਰਕਲਾ, ਫਿਰ ਸਿੱਖ ਚਿੱਤਰਕਲਾ ਜਿਹੜੀ ਆ ਉਹ ਮਹਾਰਾਜਾ ਰਣਜੀਤ ਸਿੰਘ ਹੁਣਾਂ ਦੇ ਦੌਰਾਨ ਸ਼ੁਰੂ ਹੋਈ ਹੈ। ਹਾਂਜੀ, ਇਸ ਤਰ੍ਹਾਂ ਇੱਕ ਹੋਰ ਚਿੱਤਰ ਵੀ ਬਹੁਤ ਮਸ਼ਹੂਰ ਅਸੀਂ ਦੇਖਦੇ ਹਾਂ ਕਿ ਸਿੱਖ ਜਿਹੜਾ ਰਾਜ ਆ ਉਹਦਾ ਇੱਕ ਦਰਬਾਰ ਲੱਗਾ ਹੋਇਆ, ਉਹਦੇ ਵਿੱਚ ਬਹੁਤ ਸਾਰੇ ਅੰਗਰੇਜ਼ ਵੀ ਖੜੇ ਹੋਏ ਆ, ਬਹੁਤ ਸਾਰੇ ਸਿੱਖ ਵੀ ਨੇ, ਪਠਾਨ ਵੀ ਨੇ, ਇੱਕ ਸ਼ੇਰ ਵੀ ਬੈਠਾ ਹੋਇਆ, ਉਹ ਵੀ ਚਿੱਤਰ ਕਾਲਪਨਿਕ ਹੈ ਜਾਂ ਫਿਰ ਉਹ ਵੀ? ਦੇਖੋ, ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਵਿੱਚ ਬਹੁਤ ਅੰਗਰੇਜ਼ ਉੱਥੇ ਆਉਂਦੇ ਸੀ ਦਰਬਾਰ ਦੇ ਵਿੱਚ ਜੀ। ਰਣਜੀਤ ਸਿੰਘ ਕੋਲੇ 200 ਤੋਂ ਵੱਧ ਅਮਰੀਕਨ, ਇਟਾਲੀਅਨ, ਫਰੈਂਚ ਜਨਰਲ, ਜਰਮਨ ਜਰਨੈਲ ਨੌਕਰੀ ਕਰਦੇ ਸੀ ਤੇ ਇੱਕ ਜਰਮਨ ਡਾਕਟਰ ਹੋਨਿੰਗਬਰਗਰ ਵੀ ਉਹ ਦਾ ਨਿੱਜੀ ਡਾਕਟਰ ਸੀਗਾ। ਉਸ ਦੌਰਾਨ ਜਿੰਨੇ ਅੰਗਰੇਜ਼ ਆਉਂਦੇ ਸੀ, ਲਾਰਡ ਆਕਲੈਂਡ ਆਇਆ ਜਾਂ ਹੋਰ ਦੂਜੇ ਉਹਦੇ ਨਾਲ ਉਹਦੀ ਭੈਣ ਐਮਿਲੀ ਈਡਨ ਆਈ,
ਇਹ ਸਾਰੇ ਚਿੱਤਰਕਲਾ ਦੇ ਬਹੁਤ ਸ਼ੌਕੀਨ ਸੀ। ਜੀ ਔਰ ਸੋਹਣ ਲਾਲ ਸੂਰੀ ਨੇ ਵੀ ਇਹ ਜ਼ਿਕਰ ਕੀਤਾ ਕਿ ਉਹ ਜਿਹੜੇ ਛੋਟੇ ਚਿੱਤਰ ਸੀ ਬਣਾਉਂਦੇ ਉਸ ਟਾਈਮ ਕਲਾਕਾਰ ਜੀ ਪਾਣੀ ਵਾਲੇ ਰੰਗਾਂ ਨਾਲ ਕਾਗਜ਼ ਦੇ ਉੱਪਰ ਬਣਾਉਂਦੇ ਸੀ, ਉਹਦੇ 'ਚ ਉਹਦੀ ਬਹੁਤ ਦਿਲਚਸਪੀ ਸੀ। ਅਤੇ ਉਹ ਜਿਹੜੇ ਆਏ ਗਏ ਇਸ ਤਰ੍ਹਾਂ ਦੇ ਅਹਿਲਕਾਰ ਸੀ ਜਾਂ ਡਿਗਨਟਰੀ ਸੀਗੇ ਆਕਲੈਂਡ ਵਗੈਰਾ, ਉਹਨਾਂ ਨੂੰ ਉਹ ਚਿੱਤਰ ਭੇਟ ਕਰਦਾ ਹੁੰਦਾ ਸੀਗਾ। ਜੀ ਹਾਂਜੀ। ਔਰ ਇੱਕ ਮੈਂ ਹੋਰ ਗੱਲ ਸਾਂਝੀ ਕਰਨੀ ਚਾਹੁੰਦਾ ਕਿ ਈਸਟ ਇੰਡੀਆ ਕੰਪਨੀ ਦੇ ਵਿੱਚ, ਕਿਉਂਕਿ ਉਦੋਂ ਹਲੇ ਕੈਮਰੇ ਦੀ ਹੋਂਦ ਨਹੀਂ ਸੀ ਆਈ, ਜੀ ਈਸਟ ਇੰਡੀਆ ਕੰਪਨੀ ਦੇ ਵਿੱਚ ਨੌਕਰੀ ਵਾਸਤੇ ਜੇ ਇੱਕ ਹੁੰਦੀ ਸੀਗੀ ਕੁਆਲੀਫਿਕੇਸ਼ਨ, ਉਹ ਸੀ ਕਿ ਜਿਹੜਾ ਵੀ ਵਿਅਕਤੀ ਈਸਟ ਇੰਡੀਆ ਕੰਪਨੀ ਨੌਕਰੀ ਕਰਨ ਵਾਸਤੇ ਆਊਗਾ ਜੀ ਉਹਨੂੰ ਡਰਾਇੰਗ ਜ਼ਰੂਰ ਆਉਣੀ ਚਾਹੀਦੀ। ਜੀ ਅੱਛਾ ਉਹਦਾ ਕਾਰਨ ਸੀ ਕਿ ਅੰਗਰੇਜ਼ ਜਿੱਥੇ ਜਿੱਥੇ ਗਏ, ਜੀ ਜਿਹੜੇ ਵੀ ਮੁਲਕ 'ਚ ਗਏ, ਉਹਨਾਂ ਨੇ ਉੱਥੋਂ ਦੇ ਲੋਕਾਂ ਦੇ, ਜੀਵ ਜੰਤੂਆਂ ਦੇ, ਬਨਸਪਤੀ ਦੇ ਜੀ ਇੰਨੀ ਖੋਜ ਭਰਪੂਰ ਡਰਾਇੰਗਾਂ ਅਤੇ ਚਿੱਤਰ ਬਣਾਏ ਕਿ ਉਹ ਜਿਹੜਾ ਉਸ ਸਮੇਂ ਦੀ ਜਾਣਕਾਰੀ ਦਾ ਸੋਮਾ, ਕਿਉਂਕਿ ਕੈਮਰਾ ਹੈ ਨਹੀਂ ਸੀ, ਉਹ ਜਿਹੜੇ ਪੁਰਾਣੇ ਉਹਨਾਂ ਐਲਕਾਰਾਂ ਦੇ ਜਾਂ ਵਿਅਕਤੀਆਂ ਦੇ ਚਿੱਤਰ ਬਣਾਏ ਨੇ ਉਹਨਾਂ 'ਤੇ ਹੀ ਆਧਾਰਿਤ ਹੈ ਸਾਰੀ। ਔਰ ਮਹਾਰਾਜਾ ਰਣਜੀਤ ਸਿੰਘ ਦੇ ਵੀ ਚਿੱਤਰ, ਐਮਲੀ ਈਡਨ ਲਾਰਡ ਆਕਲੈਂਡ ਦੀ ਭੈਣ ਸੀ, ਉਹਨੇ ਉਹਨੂੰ ਸਾਹਮਣੇ ਬਿਠਾ ਕੇ ਬਣਾਏ ਮਿਲਦੇ ਨੇ। ਉਹਨੇ ਸ਼ਹਿਜ਼ਾਦਿਆਂ ਦੇ, ਹੋਰ ਐਲਕਾਰਾਂ ਦੇ, ਜੀ ਮਹਾਰਾਜਾ ਸ਼ੇਰ ਸਿੰਘ, ਕੰਵਰ ਨੌ ਨਿਹਾਲ ਸਿੰਘ, ਖੜਗ ਸਿੰਘ, ਸਾਰਿਆਂ ਦੇ ਉਹਨਾਂ ਨੇ ਮਤਲਬ ਸਾਹਮਣੇ ਬਿਠਾ ਕੇ ਸਕੈਚ ਕਰਦੇ। ਇੱਕ ਤਸਵੀਰ ਮੇਰੇ ਦਿਮਾਗ 'ਚ ਆ ਰਹੀ ਹੈ, ਇਹ ਜਦੋਂ ਆਪਾਂ ਖਾਸ ਕਰਕੇ ਹਜ਼ੂਰ ਸਾਹਿਬ ਦੇ ਕਿ ਅਜਾਇਬ ਘਰ 'ਚ ਜਾਂਦੇ ਹਾਂ ਤਾਂ ਉੱਥੇ ਇਹ ਤਸਵੀਰ ਲੱਗੀ ਹੋਈ ਆ ਕਿ ਇੱਕ ਤਸਵੀਰ ਦੇ ਵਿੱਚ ਉਹਨਾਂ ਦਿਖਾਇਆ ਗਿਆ ਕਿ ਬਲੈਕ ਐਂਡ ਵਾਈਟ ਤਸਵੀਰ ਆ ਕਿ ਮਹਾਰਾਜਾ ਰਣਜੀਤ ਸਿੰਘ ਬੈਠੇ ਹੋਏ ਨੇ, ਕੁਝ ਨਾਲ ਅੰਗਰੇਜ਼ ਅਫਸਰ ਬੈਠੇ ਨੇ ਔਰ ਪਿੱਛੇ ਉਹਨਾਂ ਦੇ ਕਿਹਾ ਜਾ ਰਿਹਾ ਕਿ ਇੱਕ ਭਾਰੇ ਸਰੀਰ ਦੇ ਵਿੱਚ ਹਰੀ ਸਿੰਘ ਨਲੂਆ ਹੁਣੀ ਖੜੇ ਨੇ। ਕਿ ਜਦ ਅਖੀਰਲੇ ਸਮੇਂ ਤੱਕ ਇਹ ਕੈਮਰਾ ਪਹੁੰਚ ਚੁੱਕਾ ਸੀ ਇੱਥੇ? ਨਹੀਂ, ਮਹਾਰਾਜਾ ਰਣਜੀਤ ਸਿੰਘ ਦੀ 1839 ਦੇ ਵਿੱਚ ਡੈਥ ਹੁੰਦੀ ਹੈਗੀ ਆ। ਜੀ ਔਰ ਉਸ ਟਾਈਮ ਹਲੇ ਕੈਮਰਾ ਹਿੰਦੁਸਤਾਨ 'ਚ ਨਹੀਂ ਸੀ ਆਇਆ, ਜੀ ਪੰਜਾਬ ਦੇ ਵਿੱਚ ਤਾਂ ਦੂਰ ਦੀ ਗੱਲ ਆ। ਜੀ ਪੰਜਾਬ ਦੇ ਵਿੱਚ ਫੋਟੋਗ੍ਰਾਫੀ ਦੀ ਸ਼ੁਰੂਆਤ ਹੁੰਦੀ ਹੈ 1849 ਦੇ ਵਿੱਚ, ਜੀ ਜਦੋਂ ਪੰਜਾਬ 'ਤੇ ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ। ਔਰ ਉਹਨਾਂ ਦਾ ਇੱਕ ਸਰਜਨ ਸੀ ਡਾਕਟਰ ਜੌਨ ਮੈਕਾਸ਼, ਜੀ ਉਹਨੂੰ ਫੋਟੋਗ੍ਰਾਫੀ ਦਾ ਸ਼ੌਕ ਸੀ। ਔਰ 1849 ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ 10 ਸਾਲ ਬਾਅਦ ਦੀ ਘਟਨਾ ਹੈਗੀ ਆ। ਜੀ ਔਰ ਉਸ ਟਾਈਮ ਫੋਟੋਗ੍ਰਾਫੀ ਪੰਜਾਬ ਦੇ ਵਿੱਚ ਆਈ ਜਦੋਂ ਪੰਜਾਬ 'ਤੇ ਅੰਗਰੇਜ਼ਾਂ ਨੇ ਕਬਜ਼ਾ ਕੀਤਾ। ਜੀ ਔਰ ਡਾਕਟਰ ਜੌਨ ਮੈਕਸ਼ ਨਾਲ ਆਇਆ। ਜੌਨ ਮੈਕਸ਼ ਦੀਆਂ 2-3 ਫੋਟੋਆਂ ਜਿਹੜੇ ਮਹਾਰਾਜਾ ਦਲੀਪ ਸਿੰਘ ਦੀਆਂ ਮਿਲਦੀਆਂ ਨੇ, ਛੋਟੇ ਹੁੰਦੀਆਂ ਨੇ, ਕਿਉਂਕਿ ਉਦੋਂ ਛੋਟਾ 5-8 ਸਾਲਾਂ ਦਾ ਸੀਗਾ ਮਹਾਰਾਜਾ ਦਲੀਪ ਸਿੰਘ। ਜੀ ਉਹਦੀਆਂ ਫੋਟੋਆਂ ਖਿੱਚੀਆਂ ਹੋਈਆਂ ਮਿਲਦੀਆਂ ਨੇ। ਔਰ ਦੀਵਾਨ ਮੂਲ ਰਾਜ ਜਿਹਨੇ ਬਗਾਵਤ ਕੀਤੀ ਸੀ ਅੰਗਰੇਜ਼ਾਂ ਦੇ ਖਿਲਾਫ ਔਰ ਉਹਨੂੰ ਫਿਰ ਬਾਅਦ 'ਚ ਰੰਗੂਨ ਭੇਜ ਦਿੱਤਾ ਸੀ, ਜੀ ਦੀਵਾਨ ਮੂਲ ਰਾਜ ਦੀ ਫੋਟੋ ਵੀ ਜੌਨ ਮੈਕਸ਼ ਦੀ ਖਿੱਚੀ ਹੋਈ ਮਿਲਦੀ ਹੈਗੀ ਆ। ਜੀ ਹਾਂਜੀ। ਕਿਉਂਕਿ ਸਿੱਖ ਰਾਜ ਦੇ ਖਤਮ ਹੋਣ ਤੋਂ ਬਾਅਦ ਕੈਮਰਾ ਬਾਅਦ ਕੈਮਰਾ ਪੰਜਾਬ 'ਚ ਉਦੋਂ ਆਉਂਦਾ 1849 ਦੇ ਵਿੱਚ। ਜੀ ਅੱਛਾ, ਆਪਾਂ ਸ਼ੈਲੀ ਦੀ ਗੱਲ ਕਰਦੇ ਹਾਂ, ਚਿੱਤਰਕਲਾ ਦੀ ਸ਼ੈਲੀ, ਕਿਉਂਕਿ ਅੱਜ ਕੱਲ੍ਹ ਅਸੀਂ ਦੇਖਦੇ ਹਾਂ ਕਿ ਤਸਵੀਰਾਂ ਜਿਹੜੀਆਂ ਨੇ ਉਹ ਬਿਲਕੁਲ ਵੱਖਰੀ ਤਰ੍ਹਾਂ ਦੀਆਂ ਨੇ। ਉਸ ਵਕਤ ਮੁਗਲ ਕਾਲ ਸਮੇਂ ਜਾਂ ਗੁਰੂ ਸਾਹਿਬਾਨ ਦੇ ਕਾਲ, ਕਿਉਂਕਿ ਸਮਕਾਲੀ ਕਾਲ ਚੱਲਦਾ ਸੀ, ਉਸ ਵਕਤ ਕਿਸ ਤਰ੍ਹਾਂ ਦੀ ਜਿਹੜੀ ਚਿੱਤਰਕਲਾ ਦੀ ਸ਼ੈਲੀ ਪ੍ਰਚਲਿਤ ਸੀਗੀ? ਉਸ ਟਾਈਮ 'ਤੇ ਮਿਨੀਏਚਰ ਸਟਾਈਲ ਦੀ ਛੋਟੇ ਜਿੱਦਾਂ 8 ਇੰਚ 10 ਇੰਚ ਇੰਨੇ ਕੁ ਸਾਈਜ਼ ਦੇ ਕਾਗਜ਼ ਦੇ ਉੱਤੇ ਪਾਣੀ ਵਾਲੇ ਰੰਗਾਂ ਨਾਲ ਚਿੱਤਰਕਾਰੀ ਕੀਤੀ ਜਾਂਦੀ ਸੀਗੀ। ਔਰ ਉਹ ਜੀ ਅੱਜ ਕੱਲ੍ਹ ਅਸੀਂ ਕਰਦੇ ਹਾਂ ਰੀਅਲਿਸਟਿਕ, ਬਿਲਕੁਲ ਬਈ ਬੰਦਾ ਜਿਸ ਤਰ੍ਹਾਂ ਹੈ ਉਸ ਤਰ੍ਹਾਂ ਹੀ ਦਿਸੇ, ਉਸ ਤਰ੍ਹਾਂ ਦੀ ਨਹੀਂ ਸੀ ਹੁੰਦੀ। ਜੀ ਉਹਦਾ ਇੱਕ ਵੱਖਰਾ ਹੀ ਸਟਾਈਲ ਸੀਗਾ। ਔਰ ਉਹਦੇ 'ਚ ਬੇਲ ਬੂਟੇ, ਕਸੀਦਾਕਾਰੀ ਹੋਰ ਉਹ ਜ਼ਿਆਦਾ ਹੁੰਦੀ ਸੀ। ਪਰ ਉਹਦਾ ਇੰਨਾ ਜ਼ਰੂਰ ਹੈ ਕਿ ਉਹਦੇ 'ਚੋਂ ਸਾਨੂੰ ਉਹ ਜਿਹੜੇ ਵਿਅਕਤੀ ਦੇ ਚਿੱਤਰ ਜਿੱਦਾਂ ਮੁਗਲ ਬਾਦਸ਼ਾਹਾਂ ਦੇ ਬਣਾਏ ਮਿਲਦੇ ਹੈਗੇ ਨੇ, ਉਹਨਾਂ ਦੀ ਉਮਰ ਦਾ, ਉਹਨਾਂ ਦਾ ਜਿਹੜਾ ਪਹਿਰਾਵਾ ਆ, ਸ਼ਸਤਰ ਬਸਤਰ ਅਸਤਰ, ਆਲਾ ਦੁਆਲਾ, ਜਿੱਦਾਂ ਬਿਲਡਿੰਗਾਂ, ਉਹਨਾਂ ਚੀਜ਼ਾਂ ਦੀ ਬਹੁਤ ਜਾਣਕਾਰੀ ਮਿਲਦੀ ਹੈਗੀ ਆ। ਜੀ ਮਤਲਬ ਕਿ ਥੋੜਾ ਨੇੜੇ ਤੇੜੇ ਹੁੰਦਾ ਸੀ, ਪਰ ਹੂ ਬਹੂ ਨਹੀਂ ਅਸੀਂ ਕਹਿ ਸਕਦੇ ਉਹਨੂੰ। ਹਾਂਜੀ ਜੀ
ਉਹ ਮਤਲਬ ਇੱਕ ਇਮੇਜ ਵਾਂਗੂ ਸੀ, ਜਿਸ ਤਰ੍ਹਾਂ ਹੁਣ ਅਸੀਂ ਇੱਕ ਗੋਲ ਧਾਰੇ ਦੇ ਵਿੱਚ 2 ਬਿੰਦੂ ਤੇ ਇੱਕ ਸਮਾਈਲ ਲਾ ਕੇ, ਜਿਵੇਂ ਅੱਜ ਕੱਲ੍ਹ ਇਮੋਜੀ ਆਪਾਂ ਸਟਿੱਕਰ ਯੂਜ਼ ਕਰਦੇ ਹੈਗੇ ਆ, ਜੀ ਉਹ ਮਤਲਬ ਵਿਅਕਤੀ ਤਾਂ ਨਹੀਂ, ਪਰ ਉਹ ਤੋਂ ਪਤਾ ਲੱਗ ਜਾਂਦਾ ਵੀ ਬੰਦਾ ਹੱਸ ਰਿਹਾ ਜਾਂ ਗੁੱਸੇ ਦੇ ਵਿੱਚ, ਜੀ ਹੈ ਨਾ। ਉਹ ਉਸ ਕਿਸਮ ਦਾ ਉਹ ਇਮੇਜਰੀ ਹੈਗੀ ਆ ਵੀ ਦੇਖਣ ਵਾਲੇ ਦੇ ਮਨ ਦੇ ਵਿੱਚ ਇੱਕਦਮ ਸੁਨੇਹਾ ਚਲਾ ਜਾਵੇ। ਮਤਲਬ ਜਿਹੜੀ ਪਿਛਲੇ ਦਿਨੀ ਇੱਕ ਗੁਰੂ ਨਾਨਕ ਦੇਵ ਜੀ ਦੀ ਇੱਕ ਫੋਟੋ ਵਾਇਰਲ ਹੋਈ ਸੀ ਵੀ ਇਹ ਫੋਟੋ ਮੱਕੇ ਤੋਂ ਆਈ ਹੈ, ਉੱਥੇ ਦੇ ਕਿਸੇ ਚਿੱਤਰਕਾਰ ਨੇ, ਉਸ ਤਰ੍ਹਾਂ ਦੀ ਸ਼ੈਲੀ ਉਸ ਵਕਤ ਹੋਣੀ ਨਹੀਂ, ਉਸ ਤਰ੍ਹਾਂ ਦੀ ਉਹ ਸ਼ੈਲੀ ਜਿਹੜੀ 'ਚ ਉਹ ਤਸਵੀਰ ਮਿਲਦੀ ਆ, ਉਹ ਤਾਂ 100-150 ਸਾਲ ਪੁਰਾਣੀ ਹੈਗੀ ਹੈ, ਇਸ ਤੋਂ ਜ਼ਿਆਦਾ ਪੁਰਾਣੀ ਨਹੀਂ ਉਸ ਤੋਂ। ਔਰ ਜਿਹੜੀ ਇਰਾਕ ਦੇ ਵਿੱਚ ਉਸ ਟਾਈਮ ਚਿੱਤਰਕਾਰੀ ਹੁੰਦੀ ਸੀਗੀ, ਉਹ ਬਿਲਕੁਲ ਉਸ ਤਰ੍ਹਾਂ ਦੀ ਚਿੱਤਰਕਾਰੀ ਹੀ ਸੀ ਜਿਹੜੀ ਉਸ ਟਾਈਮ ਮੁਗਲ ਸਕੂਲ ਦੀ ਚਿੱਤਰਕਾਰੀ ਸੀ, ਭਾਵ ਮਨੀਏਚਰ ਜੀ ਸਟਾਈਲ ਦੇ ਵਿੱਚ ਹੁੰਦੀ ਸੀਗੀ। ਜੀ ਅੱਛਾ, ਥੋੜੀ ਜਿਹੀ ਕਿਉਂਕਿ ਤੁਸੀਂ ਸ਼ੁਰੂਆਤ ਦੇ ਵਿੱਚ ਆਪਣੇ ਪਿਤਾ ਦਾ ਜ਼ਿਕਰ ਕੀਤਾ ਸੀ, ਕਿਰਪਾਲ ਸਿੰਘ ਹੁਣਾਂ ਦਾ। ਹਾਂਜੀ। ਕਿਉਂਕਿ ਜਦੋਂ ਆਪਾਂ ਜਾਂਦੇ ਹਾਂ ਤਾਂ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਹਰੇਕ ਸਿੱਖ ਜਾਂਦਾ, ਕਿਉਂਕਿ ਸਭ ਤੋਂ ਜਿਹੜਾ ਵਾ ਅਥੈਂਟਿਕ ਜਿਹੜਾ ਵਾ ਉੱਥੇ ਦਾ ਅਜਾਇਬ ਘਰ ਮੰਨਿਆ ਜਾਂਦਾ, ਔਰ ਸ਼੍ਰੋਮਣੀ ਕਮੇਟੀ ਦੇ ਅੰਦਰ ਆ। ਹਾਂਜੀ ਹਾਂ। ਜਿਹੜੇ ਉੱਥੇ ਜਿਵੇਂ ਤੁਸੀਂ ਜ਼ਿਕਰ ਕੀਤਾ ਤੁਹਾਡੇ ਪਿਤਾ ਹੁਣਾਂ ਨੇ ਤਸਵੀਰਾਂ ਬਣਾਈਆਂ ਸੀ, ਸ਼ਹੀਦ ਜਿਹੜੇ ਬੰਦ ਕਟਵਾ ਰਹੇ ਆ, ਹਾਂਜੀ ਹਾਂ, ਵਾਲਿਆ ਜਾ ਰਿਹਾ, ਉਹ ਤਸਵੀਰਾਂ ਵੀ ਫਿਰ ਜਿਹੜੀਆਂ ਵੀ ਇੱਕ ਇਮੇਜਨਰੀ ਹੈ ਕਿ ਉਹ ਜੇ ਸਿੱਖ ਆ ਉਹ ਇੱਕ ਪੂਰਨ ਪਹਿਰਾਵੇ ਵਿੱਚ ਹੋਣਗੇ, ਉਹਨਾਂ ਜੇਕਰ ਉਹ ਡੋਲੇ ਨਹੀਂ ਤਾਂ ਉਹਨਾਂ ਦੇ ਚਿਹਰੇ ਤੇ ਜਲੌ ਹੋਊਗਾ, ਉਹ ਵੀ ਇਸ ਤਰ੍ਹਾਂ ਬਣੀਆਂ ਨੇ। ਉਹ ਇਸ ਤਰ੍ਹਾਂ ਹੀ ਬਣੀਆਂ। ਦੇਖੋ 2 ਚੀਜ਼ਾਂ ਨੇ, ਇੱਕ ਹੈਗੀ ਜਿਸ ਤਰ੍ਹਾਂ ਆਪਾਂ ਕਹਿੰਦੇ ਵੀ ਆਈਡੋਲੇਟਰੀ, ਮੂਰਤੀ ਪੂਜਾ, ਸ਼ਖਸੀ ਪੂਜਾ, ਬੁੱਤ ਪੂਜਾ। ਇੱਕ ਹੈਗਾ ਇਤਿਹਾਸ ਚਿੱਤਰਣ। ਇਹ ਦੋਨੋਂ ਵੱਖਰੀਆਂ ਚੀਜ਼ਾਂ ਨੇ ਜੀ। ਜੇ ਹੁਣ ਅਸੀਂ ਭਾਈ ਕਨ੍ਹੱਈਏ ਦੀ ਤਸਵੀਰ ਉਹਨੂੰ ਜ਼ਖਮੀ ਨੂੰ ਪਾਣੀ ਪਿਆਉਂਦਾ ਨਹੀਂ ਦਿਖਾਵਾਂਗੇ ਤਾਂ ਬੱਚਿਆਂ ਨੂੰ ਪਤਾ ਕਿਵੇਂ ਲੱਗੂ। ਜੀ। ਇਹਦੇ ਵਿੱਚ ਇੱਕ ਹੋਰ ਵੀ ਜਿਹੜੀ ਐਸਟੈਬਲਿਸ਼ ਫੈਕਟ ਆ ਕਿ ਮਨੁੱਖ ਜਿੰਨਾ ਗਿਆਨ ਹਾਸਲ ਕਰਦਾ ਆਪਣੀ ਜੀਵਨ ਦੌਰਾਨ, ਉਹਦਾ 80% ਵਿਜ਼ੂਅਲੀ ਕਰਦਾ। ਜੀ। ਮਤਲਬ ਹੁਣ ਜੇ ਤੁਸੀਂ ਦੱਸੀ ਜਾਓ ਵੀ ਗੋਲ ਆ, ਜਦੋਂ ਤੱਕ ਉਹਨੂੰ ਗੋਲ ਦਿਖਾਉਂਦੇ ਨਹੀਂ ਜਾਂ ਬਾਲ ਦਿਖਾਉਂਦੇ ਨਹੀਂ, ਉਹਨੂੰ ਪਤਾ ਨਹੀਂ ਲੱਗਦਾ। ਮੇਰੇ ਖਿਆਲ ਨਾਲ ਸੋਚਦਾ ਹੀ ਜਦੋਂ ਆ ਤਾਂ ਹਰੇਕ ਬੰਦਾ ਸੋਚ ਚਿੱਤਰਕਲਾ ਹੀ ਕਰਦਾ। ਹਾਂਜੀ ਜੀ। ਸੋ ਵਿਜ਼ੂਅਲੀ ਅਸੀਂ ਇਹ ਜਿਹੜੀ ਪ੍ਰੈਜੈਂਟੇਸ਼ਨ ਆ, ਹੁਣ ਭਾਈ ਕਨ੍ਹੱਈਏ ਦੀ ਗੱਲ ਕੀਤੀ ਜਾਂ ਗੁਰੂ ਸਾਹਿਬ ਬਗਦਾਦ ਜਾਂਦੇ ਨੇ ਜਾਂ ਮੁਲਤਾਨ ਜਾਂਦੇ, ਉੱਥੇ ਉਹ ਫਕੀਰ ਪੇਸ਼ ਕਰਦੇ ਦੁੱਧ ਦਾ ਪਿਆਲਾ, ਗੁਰੂ ਸਾਹਿਬ ਉੱਤੇ ਚਮੇਲੀ ਰੱਖ ਦਿੰਦੇ ਆ ਜੀ ਬਈ ਅਸੀਂ ਤੁਹਾਨੂੰ ਨਹੀਂ ਡਿਸਟਰਬ ਕਰਦੇ। ਇਹ ਤਾਂ ਜਿਵੇਂ ਇਹ ਚਮੇਲੀ ਦੀ ਖੁਸ਼ਬੂ ਦੁੱਧ ਦੇ ਵਿੱਚ ਹੈਗੀ ਆ, ਉਸ ਤਰ੍ਹਾਂ ਅਸੀਂ ਤੁਹਾਡੇ ਵਿੱਚ ਵਿਚਰਾਂਗੇ। ਸੋ ਅਸੀਂ ਮਤਲਬ ਨਿੱਜੀ ਤੌਰ 'ਤੇ ਮੇਰੇ ਫਾਦਰ ਨੇ ਜਾਂ ਮੈਂ, ਅਸੀਂ ਬਹੁਤ ਚਿੱਤਰ ਉਹੋ ਜਿਹੇ ਹੀ ਬਣਾਏ ਨੇ ਜਿਹਦੇ ਵਿੱਚ ਗੁਰ ਇਤਿਹਾਸ, ਸਿੱਖ ਇਤਿਹਾਸ ਜਾਂ ਜਿਹੜਾ ਸੰਘਰਸ਼ ਆ, ਸਿੱਖ ਸੰਘਰਸ਼, ਉਹਦੇ ਸਾਖੀਆਂ ਚਿੱਤਰੀਆਂ ਜਾਣ, ਉਹਦੀ ਸਟੋਰੀ ਦੱਸੀ ਜਾਵੇ। ਜੀ। ਜਿਸ ਤਰ੍ਹਾਂ ਹੁਣ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਆ, ਉਹਦੇ 'ਚ ਅੰਗਰੇਜ਼ ਦੀਆਂ, ਹਿੰਦੂ, ਮੁਸਲਮਾਨ, ਪੀਰ, ਫਕੀਰ ਸਾਰੇ ਨੇ। ਉਹ ਦੇਖ ਕੇ ਤੁਹਾਨੂੰ ਉਸ ਸਮੇਂ ਦੌਰਾਨ ਲੈ ਜਾਂਦਾ ਵੀ ਉਸ ਟਾਈਮ ਲੋਕਾਂ ਦਾ ਰਹਿਣ ਸਹਿਣ, ਕਾਰ ਵਿਹਾਰ, ਵਰਤ ਵਿਹਾਰਾ ਕਿਹੋ ਜਿਹਾ ਹੋਊਗਾ, ਮਾਹੌਲ ਕਿਹੋ ਜਿਹਾ ਹੋਊਗਾ। ਜੀ। ਉਹਦੇ ਨਾਲ ਤੁਹਾਨੂੰ ਉਸ ਸਮੇਂ ਦੀ ਜਿਹੜੀ ਸੱਚਾਈ ਸਮਝਣ ਦੇ ਵਿੱਚ ਮਦਦ ਮਿਲਦੀ ਆ, ਥੋੜਾ ਆਸਾਨ ਹੋ ਜਾਂਦਾ। ਹਾਂਜੀ। ਜੀ। ਸੋ ਮੈਂ ਇਹਨੂੰ ਇਸ ਤਰ੍ਹਾਂ ਦੇਖਦਾ ਵੀ ਇਹ ਅਸੀਂ ਆਪਣਾ ਜਿਹੜਾ ਇਤਿਹਾਸ ਆ, ਕਲਾ ਆ, ਉਹਦੀ ਲੋਕਾਂ ਨੂੰ ਦੱਸਣ ਵਾਸਤੇ ਇਹ ਤਸਵੀਰਾਂ ਦੀ ਜਿਹੜੀ ਰਾਹੀਂ ਇਤਿਹਾਸਕਾਰੀ ਇਹ ਬਹੁਤ ਜ਼ਰੂਰੀ ਆ। ਮੈਨੂੰ ਯਾਦ ਆ ਮੈਂ ਜਦੋਂ ਅਮਰੀਕਨ ਹਿਸਟਰੀ ਪੜ੍ਹ ਰਿਹਾ ਸੀ, ਉਹਦੇ ਕਾਫੀ ਉਹ ਕਿਤਾਬ ਸੀ ਅਤੇ ਉਹਦੇ ਬਹੁਤ ਪੇਂਟਿੰਗ ਸੀਗੀਆਂ ਉਸ ਟਾਈਮ ਦੀਆਂ, ਕਿਉਂਕਿ ਕੈਮਰਾ ਤਾਂ ਉਦੋਂ ਹੁੰਦਾ ਨਹੀਂ ਸੀ। ਅਤੇ ਉਹ ਫਿਰ ਮੈਂ ਸੋਚਿਆ ਵੀ ਜੇ ਹੁਣ ਪੰਜਾਬ ਦੀ ਵੀ ਜਿਹੜਾ ਲੈਂਡਸਕੇਪ ਆ, ਰਹਿਣ ਸਹਿਣ ਸਾਡਾ ਬਹੁਤ ਚੇਂਜ ਹੋ ਰਿਹਾ, ਉਹ ਫਿਰ ਉਹ ਸੋਚ ਕੇ ਜਿਹੜਾ ਮੈਂ ਆਪਣੇ ਪੰਜਾਬੀ ਕਲਚਰ ਦੀਆਂ ਪੇਂਟਿੰਗ ਜਾਂ ਉਹ ਬਣਾਉਣੀਆਂ ਸ਼ੁਰੂ ਕੀਤੀਆਂ ਬਈ ਅੱਜ ਤੋਂ 50-100 ਸਾਲ ਬਾਅਦ ਜੇ ਲੋਕੀ ਉਹਨਾਂ ਪੇਂਟਿੰਗ ਨੂੰ ਦੇਖਣਗੇ ਤਾਂ ਉਹਨਾਂ ਨੂੰ ਸਾਡੇ ਰਹਿਣ ਸਹਿਣ, ਜੀਵਨ ਜਾਚ, ਵਰਤ ਵਿਹਾਰ, ਰਸਮੋ ਰਿਵਾਜ ਉਹਨਾਂ ਦਾ ਪਤਾ ਲੱਗੂਗਾ। ਕਿਉਂਕਿ ਸਮੇਂ ਦੇ ਨਾਲ ਚੇਂਜ ਆਉਣੀ ਹੁੰਦੀ, ਉਹਨੂੰ ਕੋਈ ਰੋਕ ਨਹੀਂ ਸਕਦਾ।
ਪਰ ਜ਼ਰੂਰੀ ਇਹ ਹੁੰਦਾ ਵੀ ਤੁਸੀਂ ਜਿਹੜਾ ਬੀਤਿਆ ਸਮਾਂ ਆ ਉਹਦੀ ਨਿਸ਼ਾਨਦੇਹੀ ਕਰ ਲਓ, ਲਿਖਤਾਂ ਦੇ ਵਿੱਚ ਕਰ ਲਓ, ਜੀ ਤਸਵੀਰਾਂ ਦੇ ਵਿੱਚ ਕਰ ਲਓ, ਤਾਂ ਕਿ ਜਿਹੜੀ ਆਉਣ ਵਾਲੀਆਂ ਪੀੜ੍ਹੀਆਂ ਉਹਨਾਂ ਨੂੰ ਪਤਾ ਲੱਗ ਜਾਵੇ ਇਹਨਾਂ ਚੀਜ਼ਾਂ ਦਾ ਕਿਸ ਤਰ੍ਹਾਂ। ਮੈਨੂੰ ਯਾਦ ਆ, ਮੈਂ ਗੁਰਦੁਆਰਾ ਸਿੰਘ ਸਭਾ ਦੇ ਵਿੱਚ ਜਦੋਂ ਕੰਧ ਚਿੱਤਰ ਬਣਾ ਰਿਹਾ ਸੀ, ਮੈਂ ਭਾਈ ਘਨੱਈਏ ਦਾ ਚਿੱਤਰ ਬਣਾ ਰਿਹਾ ਸੀ, ਮੈਂ ਤੇ ਉਹ ਕਈ ਵਾਰੀ ਬੱਚਿਆਂ ਨੇ ਆ ਕੇ ਦੇਖਣ ਲੱਗ ਪੈਣਾ ਜੀ ਅਤੇ ਉਹ ਫਿਰ ਕਈ ਵਾਰੀ ਪੁੱਛਦੇ ਵੀ ਇਹ ਕੀ ਹੈ ਸਟੋਰੀ। ਫਿਰ ਉਹਨੂੰ ਮੈਂ ਦੱਸਣਾ ਵੀ ਭਾਈ ਘਨੱਈਏ ਦੀ ਆਹ ਸਟੋਰੀ ਆ, ਇਹਦੀ ਇਹ ਸਰਵਿਸ ਹੈ। ਜੀ ਉਹ ਫਿਰ ਕਹਿੰਦੇ ਉਹ ਵਾਓ ਦੈਟਸ ਗ੍ਰੇਟ। ਵੀ ਹੁਣ ਜਦੋਂ ਬੱਚਿਆਂ ਨੂੰ ਪਤਾ ਲੱਗਾ ਵੀ ਸਾਡਾ ਵਿਰਸਾ, ਸਾਡਾ ਧਰਮ, ਸਾਡੀ ਵਿਰਾਸਤ ਐਡੀ ਮਹਾਨ ਆ, ਜੀ ਤਾਂ ਉਹਨਾਂ ਦੇ ਵਿੱਚ ਨਿਸ਼ਚੈ ਹੀ ਆਪਣੇ ਵਾਸਤੇ ਗੌਰਵ ਪੈਦਾ ਹੋਊਗਾ। ਜੀ ਉਹ ਜਿਹੜੀ ਸੈਂਸ ਆਫ ਹੁੰਦੀ ਆ ਅਚੀਵਮੈਂਟ ਜਾਂ ਅਕੰਪਲਿਸ਼ਮੈਂਟ ਵੀ ਸਾਡਾ ਕਲਚਰ ਵੀ ਜੀ ਇਟ ਇਜ਼ ਸਮਥਿੰਗ, ਹੈ ਨਾ। ਮਤਲਬ ਇਹ ਵੀ ਇੱਕ ਪੱਖ ਹੈ ਉਹ ਸੈਂਸ ਆਫ ਤਸਵੀਰਾਂ ਪ੍ਰਾਈਡ ਤੁਹਾਡੇ ਵਿੱਚ ਡਿਵੈਲਪ ਹੁੰਦੀ ਆ ਵੀ ਜੀ। ਸਾਡਾ ਵਿਰਸਾ ਐਡਾ ਮਹਾਨ ਆ। ਜੀ ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਸਾਰੀਆਂ ਬਣਾਈਆਂ ਜਾਂਦੀਆਂ ਤਸਵੀਰਾਂ ਨੇ। ਨਾਲ ਇਤਿਹਾਸ ਬਿਆਨ ਕਰਨਾ ਹਾਂਜੀ। ਥੋੜਾ ਸੌਖਾ ਹੋ ਜਾਂਦਾ। ਬਿਲਕੁਲ। ਜੀ ਅੱਛਾ, ਤੁਸੀਂ ਹੁਣ ਇੰਨੇ ਸਮੇਂ ਤੋਂ ਇੱਥੇ ਕੈਨੇਡਾ 'ਚ ਰਹਿ ਰਹੇ ਹੋ, ਤੇ ਹੁਣ ਤੁਸੀਂ ਕਿਸ ਤਰ੍ਹਾਂ ਦੀ ਚਿੱਤਰਕਾਰੀ ਕਰਦੇ ਹੋ ਕਿ ਜਿਹੜੀ ਪੰਜਾਬ ਨਾਲ ਜੁੜੀ, ਸਿੱਖ ਇਤਿਹਾਸ ਨਾਲ ਜੁੜੀ ਚਿੱਤਰਕਾਰੀ, ਉਹ ਕਰਨ ਵਿੱਚ ਕੋਈ ਮੁਸ਼ਕਲ ਤਾਂ ਨਹੀਂ ਪੇਸ਼ ਆਉਂਦੀ ਇੱਥੇ ਰਹਿੰਦੇ? ਨਹੀਂ, ਮੈਨੂੰ ਕੋਈ ਨਹੀਂ ਮੁਸ਼ਕਲ ਆਉਂਦੀ। ਮੈਂ ਹੁਣ ਵੀ ਪੰਜਾਬ ਦੇ ਨਾਲ, ਸਿੱਖ ਇਤਿਹਾਸ ਨਾਲ ਜੁੜੀ ਚਿੱਤਰਕਾਰੀ ਕਰਦਾ, ਜੀ ਔਰ ਨਾਲ ਦੀ ਨਾਲ ਜਿਹੜਾ ਇੱਥੋਂ ਦਾ ਜਿਹੜਾ ਵਾਤਾਵਰਨ ਆ, ਆਲਾ ਦੁਆਲਾ ਨੇਚਰ ਆ, ਉਹਨੂੰ ਵੀ ਚਿੱਤਰਦਾ ਹੈਗਾ। ਜੀ ਹੁਣ ਯਾਰ ਤੁਸੀਂ ਪਿੱਛੇ ਦੇਖ ਰਹੇ ਹੋ ਈਜ਼ਲ ਤੇ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਦੀ ਚਿੱਤਰ ਮੈਂ ਅੱਜ ਕੱਲ੍ਹ ਬਣਾ ਰਿਹਾ। ਜੀ ਮਤਲਬ ਇਹ ਆ ਕਿ ਲੋਕ ਇੱਕ ਤਾਂ ਇਹ ਸਾਡਾ ਮਾਣ ਮੱਤਾ ਵਿਰਸਾ ਹੈਗਾ, ਜੀ ਔਰ ਲੋਕੀ ਇਹ ਚੀਜ਼ਾਂ ਪਸੰਦ ਕਰਦੇ ਕਿ ਜੇ ਘਰ ਦੇ ਵਿੱਚ ਹੁਣ ਸਾਡਾ ਇੱਥੋਂ ਅਸੀਂ ਇੱਕ ਇੱਥੋਂ ਦੇ ਜੀਵਨ ਦਾ ਇੱਕ ਅੰਗ ਆ। ਜੀ ਜੇ ਹੁਣ ਸਾਡੇ ਘਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜਾਂ ਹੋਰ ਯੋਧਿਆਂ ਦੀ ਜਾਂ ਸਾਡੇ ਕਲਚਰ ਦੀ ਕੋਈ ਤਸਵੀਰ ਲੱਗੂਗੀ, ਤਾਂ ਜਿਹੜੇ ਦੂਜੇ ਭਾਈਚਾਰਿਆਂ ਦੇ ਲੋਕ ਨੇ, ਜੇ ਉਹ ਸਾਡੇ ਘਰਾਂ 'ਚ ਆਉਂਦੇ ਆ, ਤਾਂ ਉਹ ਨੇਚਰਲੀ ਉਹ ਤਸਵੀਰ ਬਾਰੇ ਗੱਲ ਚੱਲੂਗੀ, ਜੀ ਅਤੇ ਉਹਨਾਂ ਨੂੰ ਅਸੀਂ ਦੱਸਣ ਜੋਗੇ ਹੋਵਾਂਗੇ ਵੀ ਭਾਈ ਆਹ ਸਾਡੀ ਹਿਸਟਰੀ ਆ, ਇਹ ਸਾਡੇ ਮਹਾਰਾਜੇ ਨੇ ਜੀ ਜਾਂ ਇਹ ਸਾਡੇ ਸ਼ਹੀਦ ਨੇ। ਸੋ ਇਹ ਮੈਂ ਸਮਝਦਾ ਜਿਹੜੀ ਆਰਟ ਹੈਗਾ ਨਾ, ਆਰਟ ਮਿਊਜ਼ਿਕ ਦੇਖੋ ਉਹਦੀ ਆਪਣੀ ਮਹੱਤਤਾ। ਇੱਕ ਜਿਹੜਾ ਵਿਜ਼ੂਅਲ ਆਰਟ ਹੈ, ਇਹਦੀ ਇੱਕ ਸਭ ਤੋਂ ਵੱਡੀ ਕੁਆਲਿਟੀ, ਸਿਫਤ, ਯੂਨੀਕ ਇਹ ਹੈ ਕਿ ਜਿਹਨੂੰ ਇਟ ਕਟਸ ਅਕ੍ਰੋਸ, ਇਹ ਸਾਰੀਆਂ ਸੀਮਾਵਾਂ ਤੋਂ ਪਾਰ ਹੋ ਜਾਂਦਾ। ਜੀ ਕੋਈ ਚੀਜ਼ ਆ, ਉਹਨੂੰ ਚਿੱਤਰ ਨੂੰ ਹਰ ਬੰਦਾ ਸਮਝ ਸਕਦਾ, ਉਹਦੇ ਵਾਸਤੇ ਇੱਕ ਲੈਂਗੁਏਜ ਜੀ ਉਹ ਰੁਕਾਵਟ ਨਹੀਂ ਬਣਦੀ, ਜੀ। ਇਹ ਬੈਰੀਅਰ ਨਹੀਂ ਆ ਲੈਂਗੁਏਜ ਦਾ। ਜੀ ਵੀ ਚਿੱਤਰ ਦੇ ਨਾਲ ਸਟੋਰੀ ਲਿਖੀ ਤੁਸੀਂ ਅੰਗਰੇਜ਼ੀ 'ਚ ਲਿਖਦੇ ਹੋ, ਹੁਣ ਪੰਜਾਬੀ 'ਚ ਕਿਤਾਬ ਆ, ਉਹ ਪੰਜਾਬੀ ਸਮਝਣ ਵਾਲਾ ਹੀ ਹਰ ਇੱਕ ਦੇ ਸਮਝਣ ਵਾਲੀ ਭਾਸ਼ਾ ਹੈ। ਜੀ ਸੋ ਜਿਹੜਾ ਵਿਜ਼ੂਅਲ ਲੈਂਗੁਏਜ ਆ, ਇਹ ਸਭ ਸੀਮਾਵਾਂ ਪਾਰ ਕਰ ਜਾਂਦੀ ਹੈ। ਜੀ ਮਤਲਬ ਕਿ ਕੋਈ ਲੈਂਗੁਏਜ ਬੈਰੀਅਰ ਇਹਦੇ ਵਿੱਚ ਲੈਂਗੁਏਜ ਨਹੀਂ ਆਉਂਦਾ। ਬੈਰੀਅਰ ਇਹਦੇ ਵਿੱਚ ਹਾਲਾਂਕਿ ਇਹ ਹੋ ਸਕਦਾ ਕਿ ਬੰਦਾ ਆਪਣੀ ਸਮਝ ਦੇ ਅਨੁਸਾਰ ਕੋਈ ਵੱਧ ਸਮਝ ਸਕਦਾ, ਕੋਈ ਘੱਟ ਸਮਝ ਸਕਦਾ। ਹਾਂਜੀ ਹਾਂ ਅੱਛਾ, ਇੱਥੇ ਜਿਹੜਾ ਭਾਈਚਾਰਾ ਵਸਦਾ, ਤੁਸੀਂ ਹੁਣ ਇੱਥੇ ਇੰਨੀਆਂ ਤਸਵੀਰਾਂ ਬਣਾਉਂਦੇ ਹੋ, ਹਾਂਜੀ ਕਿ ਇੱਥੇ ਲੋਕ ਤੁਹਾਡੇ ਕੋਲ ਲੈ ਕੇ ਤਸਵੀਰਾਂ ਲੋਕ ਆਪਣੇ ਘਰਾਂ 'ਚ ਲਾਉਂਦੇ ਨੇ, ਆਪਣੇ ਵਿਰਸੇ ਨਾਲ ਜੁੜੀਆਂ ਹੋਈਆਂ? ਹਾਂਜੀ ਹਾਂ ਬਿਲਕੁਲ। ਜੀ ਮੈਨੂੰ ਯਾਦ ਆ ਸ਼ੁਰੂ 'ਚ ਮੈਂ ਜਦੋਂ ਆਇਆ, ਤੇ ਚਲੋ ਕਈ ਥਾਈਂ ਮਤਲਬ ਗੱਲਬਾਤ ਚੱਲਣੀ ਕਲਾ ਬਾਰੇ, ਤੇ ਉਹ ਮੇਰੇ ਕਈ ਦੋਸਤ ਸੀ ਜਾਣਕਾਰ, ਉਹਨਾਂ ਨੇ ਮਤਲਬ ਨਵੇਂ ਘਰ ਬਣਾਉਣੇ ਵਿੱਚ ਉਹਨਾਂ ਨੇ ਕਹਿਣਾ ਭਾਜੀ ਇੱਥੇ ਕੁਛ ਬਣਾਓ। ਜੀ ਅਤੇ ਜਦੋਂ ਮੈਂ ਉਹਨਾਂ ਨੂੰ ਪੁੱਛਣਾ ਵੀ ਕੀ ਤੁਸੀਂ ਇੱਥੇ ਬਣਾਉਣਾ ਚਾਹੁੰਦੇ ਹੋ, ਉਹਨਾਂ ਕਹਿਣਾ ਭਾਜੀ ਖੇਤ ਖੂਤ ਬਣਾ ਦਿਓ, ਖੂਹ ਜਿਹਾ ਚੱਲਦਾ ਹੋਵੇ, ਫਸਲਾਂ ਹਲ ਚੱਲਦਾ ਹੋਵੇ। ਮਤਲਬ ਕਿ ਅਸੀਂ ਭਾਵੇਂ ਆ ਗਏ ਹਾਂ ਇਹਨਾਂ ਮੁਲਕਾਂ 'ਚ, ਪਰ ਅਸੀਂ ਆਪਣੇ ਵਿਰਸੇ ਨਾਲ ਜੁੜੇ ਹੋਏ ਹਾਂ, ਆਪਣੀ ਜ਼ਮੀਨ ਨਾਲ ਜੁੜੇ ਹੋਏ, ਪੰਜਾਬ ਨਾਲ ਜੁੜੇ ਹੋਏ ਹਾਂ। ਸੋ ਫਿਰ ਉਹ ਚੀਜ਼ਾਂ ਮਤਲਬ ਜਿਹੜਾ ਪੰਜਾਬ ਅਸੀਂ ਉੱਥੋਂ ਛੱਡ ਆਏ ਹਾਂ, ਉਹ ਮੁੜ ਕੇ ਫਿਰ ਇੱਥੇ ਇੱਕ ਕਿਸਮ ਦਾ ਲੋਕੀ ਆਪਣੇ ਘਰਾਂ ਦੇ ਵਿੱਚ ਲਿਆਉਣਾ ਚਾਹੁੰਦੇ ਨੇ। ਔਰ ਉਹ ਮੈਂ ਕਈ ਇਸ ਤਰ੍ਹਾਂ ਦੇ ਚਿੱਤਰ ਬਣਾਏ ਵੀ ਘਰ ਦੇ ਸੀਨ, ਪਿੰਡ 'ਚ ਬਜ਼ੁਰਗ ਬੈਠੇ ਨੇ, ਘਰ ਦਾ ਮਾਹੌਲ, ਸੁਆਣੀਆਂ ਘਰ ਦੇ ਕੰਮਕਾਜ ਕਰ ਰਹੀਆਂ ਨੇ, ਪੰਜਾਬੀ ਮੁਟਿਆਰਾਂ ਖੂਹ ਤੋਂ ਪਾਣੀ ਭਰ ਰਹੀਆਂ। ਮਤਲਬ ਇਸ ਤਰ੍ਹਾਂ ਦੇ ਉਹ ਜਿਹੜਾ ਅਸੀਂ ਛੱਡ ਆਏ ਹਾਂ,
ਉਹ ਇਸ ਕਰਕੇ ਵੀ ਚਾਹੁੰਦੇ ਵੀ ਉਹ ਸਾਡੀ ਜਿਹੜੀ ਅਗਲੀ ਜਨਰੇਸ਼ਨ ਆ, ਸਾਡੇ ਬੱਚੇ ਨੇ, ਬੱਚਿਆਂ ਦੇ ਅੱਗੇ ਬੱਚੇ ਨੇ, ਉਹਨਾਂ ਨੂੰ ਵੀ ਪਤਾ ਲੱਗੇ ਵੀ ਇਹ ਸਾਡਾ ਵਿਰਸਾ ਹੈ, ਕਿਉਂਕਿ ਉੱਥੇ ਤਾਂ ਹੁਣ ਇਹ ਚੀਜ਼ਾਂ ਖਤਮ ਹੋ ਚੁੱਕੀਆਂ ਨੇ। ਜੀ। ਪਰ ਤੁਹਾਨੂੰ ਆਪਣੇ ਵਿਰਸੇ ਦੀ ਜਾਣਕਾਰੀ ਆਪਣੇ ਬੱਚਿਆਂ ਨਾਲ, ਆਉਣ ਵਾਲੀਆਂ ਪੀੜ੍ਹੀਆਂ ਨਾਲ ਸਾਂਝੀ ਜ਼ਰੂਰ ਕਰਨੀ ਚਾਹੁੰਦੀ ਹੈ। ਉਹ ਜੁੜੇ ਤਾਂ ਕਿ ਉਹ ਲੋਕਾਂ ਦੀ ਇਹ ਭਾਵਨਾ ਹੁੰਦੀ ਕਿ ਇਹ ਆਪਣੇ ਵਿਰਸੇ ਬਾਰੇ ਇਹਨਾਂ ਨੂੰ ਪਤਾ ਹੋਵੇ ਔਰ ਆਪਣੇ ਵਿਰਸੇ ਨਾਲ ਇਹ ਜੁੜੇ ਰਹਿਣ। ਜੀ। ਜਰਨੈਲ ਸਿੰਘ ਜੀ, ਬਹੁਤ ਅਹਿਮ ਜਾਣਕਾਰੀ ਤੁਸੀਂ ਸਾਡੇ ਨਾਲ ਸਾਂਝੀ ਕੀਤੀ ਹੈ, ਖਾਸ ਕਰ ਜਿਹੜੀਆਂ ਸਿੱਖ ਗੁਰਾਂ ਦੀਆਂ ਤਸਵੀਰਾਂ ਬਾਰੇ। ਸੋ ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਲਈ। ਬਹੁਤ ਬਹੁਤ ਧੰਨਵਾਦ ਤੁਹਾਡਾ ਵੀ, ਮੈਂ ਆਪਣੇ ਟੀਵੀ ਦੇ ਸਰੋਤਿਆਂ ਨਾਲ ਸਾਂਝ ਪਾਉਣ ਲਈ ਇੱਕ ਵਾਰੀ ਫੇਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਹ ਸਨ ਸਾਡੇ ਨਾਲ ਜਰਨੈਲ ਸਿੰਘ ਆਰਟਿਸਟ ਹੋਣੀ, ਜੋ ਕਿ ਚਿੱਤਰਕਾਰੀ ਕਰਦੇ ਨੇ ਕੈਨੇਡਾ ਦੇ ਵਿੱਚ, ਔਰ ਇੱਕ ਲੰਬੇ ਸਮੇਂ ਤੋਂ ਜਿਹੜਾ 40 ਸਾਲ ਤੋਂ ਇਸ ਖੇਤਰ ਨਾਲ ਜੁੜੇ ਹੋਏ ਨੇ, ਔਰ ਬਹੁਤ ਅਹਿਮ ਜਿਹੜੀ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਹੈ ਕਿ ਗੁਰੂ ਸਾਹਿਬਾਨ ਸੰਬੰਧੀ ਔਰ ਜਿਹੜੀ ਖੋਜ ਹੋਈ ਆ ਕਿ ਸਿੱਖ ਚਿੱਤਰਕਾਰੀ ਵਿੱਚ ਕਿੰਨੀ ਕੁ ਜ਼ਿਆਦਾ ਕਦੋਂ ਸ਼ੁਰੂਆਤ ਹੋਈ ਆ। ਮਹਾਰਾਜਾ ਰਣਜੀਤ ਸਿੰਘ ਉਹਨਾਂ ਦੇ ਰਾਜ ਦਾ ਵੀ ਜ਼ਿਕਰ ਕੀਤਾ। ਸਿੱਖ ਗੁਰੂਆਂ ਸਾਹਿਬਾਨ ਵੇਲੇ ਵੀ ਕਿਉਂ ਉਹ ਚਿੱਤਰਕਾਰੀ ਵੱਲ ਨਹੀਂ ਗਏ, ਇਸ ਸੰਬੰਧੀ ਵੀ ਜਿਹੜਾ ਉਹਨਾਂ ਨੇ ਜ਼ਿਕਰ ਕੀਤਾ। ਸੋ ਇਸ ਤਰ੍ਹਾਂ ਦੀਆਂ ਹੋਰ ਜਾਣਕਾਰੀ ਭਰਪੂਰ ਜਿਹੜੀਆਂ ਇੰਟਰਵਿਊਸ ਲੈ ਕੇ ਅਸੀਂ ਹਾਜ਼ਰ ਹੁੰਦੇ ਰਹਾਂਗੇ। ਤੁਸੀਂ ਦੇਖਦੇ ਰਹੋ ਟੀਵੀ ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸਟਾਈਲ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।